ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਐਂਟਨੀ ਬਲਿੰਕਨ ਨਾਲ ਮੁਲਾਕਾਤ ਕਰਦੇ ਨੇ ਜੈਸ਼ੰਕਰ, ਯਾਨੀ ਭਾਰਤ ਦੇ ਵਿਦੇਸ਼ ਮੰਤਰੀ ਤੇ ਅਮਰੀਕਾ ਦੇ ਵਿਦੇਸ਼ ਮੰਤਰੀ ਆਪਸ ਦੇ ਵਿੱਚ ਬੈਠ ਕੇ ਗੱਲਬਾਤ ਕਰਦੇ ਨੇ ਔਰ ਸਾਰੇ ਮੁੱਦਿਆਂ ਦੇ ਉੱਤੇ ਗੱਲਬਾਤ ਹੁੰਦੀ ਹੈ। ਪਰ ਕੈਨੇਡਾ ਤੇ ਭਾਰਤ ਦੇ ਵਿੱਚ ਜਿਹੜਾ ਤਣਾਅ ਬਣਿਆ ਹੋਇਆ ਹੈ ਉਹਦੇ ਉੱਤੇ ਕੋਈ ਗੱਲਬਾਤ ਨਹੀਂ ਹੁੰਦੀ। ਬਾਕੀ ਸਾਰੇ ਮੁੱਦੇ ਡਿਸਕਸ ਕੀਤੇ ਜਾਂਦੇ ਨੇ ਔਰ ਇਸ ਗੱਲ ਦਾ ਨੋਟਿਸ ਲੈ ਰਿਹਾ ਹੈ ਕੈਨੇਡਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕਿ ਕੀ ਚੱਲ ਰਿਹਾ ਹੈ ਅਮਰੀਕਾ ਦੇ ਮਨ ਦੇ ਵਿੱਚ, ਕੀ ਚੱਲ ਰਿਹਾ ਭਾਰਤ ਦੇ ਮਨ ਦੇ ਵਿੱਚ ਕਿ ਦੋਵੇਂ ਵਿਦੇਸ਼ ਮੰਤਰੀ ਮਿਲਦੇ ਨੇ ਔਰ ਇਸ ਤਣਾਅ ਦਾ ਜੋ ਕੈਨੇਡਾ ਤੇ ਭਾਰਤ ਦੇ ਵਿੱਚ ਚੱਲਦਾ ਹੈ ਕੋਈ ਜ਼ਿਕਰ ਨਹੀਂ। ਸੋ ਇਹਦੇ ਕੀ ਰਿਜ਼ਲਟਸ ਆਉਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। G20 ਸੰਮੇਲਨ ਦੇ ਵਿੱਚ ਭਾਰਤ ਅਮਰੀਕਾ ਦੀ ਸਪੋਰਟ ਦੇ ਨਾਲ ਬਣਿਆ ਹੈ ਗਲੋਬਲ ਸਾਊਥ ਦਾ ਲੀਡਰ ਔਰ ਇੱਕ ਨਵੀਂ ਸੋਚ ਅੱਗੇ ਆਈ ਹੈ ਕਿ 21ਵੀਂ ਸਦੀ ਦੇ ਵਿੱਚ 20ਵੀਂ ਸਦੀ ਦੀ ਸੋਚ ਦੇ ਨਾਲ ਜਨਤਾ ਦੀ, ਦੇਸ਼ ਦੀ, ਦੇਸ਼ਵਾਸੀਆਂ ਦੀ, ਪੂਰੀ ਦੁਨੀਆ ਦੇ ਲੋਕਾਂ ਦੀ ਸੇਵਾ ਨਹੀਂ ਕੀਤੀ ਜਾ ਸਕਦੀ। ਇਸ ਕਰਕੇ 21ਵੀਂ ਸਦੀ ਦੇ ਵਿੱਚ ਨਵੀਂ ਸੋਚ ਆਏਗੀ ਤੇ ਨਵੀਂ ਸੋਚ ਦੇ ਨਾਲ ਹੀ ਨਵੀਆਂ ਸਕੀਮਾਂ ਬਣਨਗੀਆਂ ਤੇ ਨਵੇਂ ਰਿਜ਼ਲਟ ਆਉਣਗੇ। ਕਿਉਂਕਿ ਜੇ ਤੁਸੀਂ ਨਵੇਂ ਰਿਜ਼ਲਟ ਚਾਹੁੰਦੇ ਹੋ ਤਾਂ ਪੁਰਾਣੀਆਂ ਸਕੀਮਾਂ ਨਾਲ ਨਵੇਂ ਰਿਜ਼ਲਟ ਨਹੀਂ ਆ ਸਕਦੇ, ਨਵੀਆਂ ਸਕੀਮਾਂ ਬਣਾਉਣੀਆਂ ਹੀ ਪੈਣਗੀਆਂ। ਤੇ G20 ਦੇ ਵਿੱਚ ਆਪਣੇ 54 ਨੇਸ਼ਨਸ ਨੂੰ ਲੈ ਕੇ ਸਾਊਥ ਅਫਰੀਕਾ ਵੀ ਸ਼ਾਮਿਲ ਹੋ ਚੁੱਕਾ ਹੈ। ਹੁਣ G21 ਬਣ ਚੁੱਕਾ ਹੈ G20 ਤੋਂ। ਸੋ ਨਵੀਂ ਡਿਵੈਲਪਮੈਂਟਸ ਤੇ ਨਾਲ ਵਿਵੇਕ ਰਾਮਾਸਵਾਮੀ ਆਪਣੀਆਂ ਡਿਬੇਟਸ ਕਰ ਰਹੇ ਨੇ। ਹੁਣ ਇੱਕ ਡਿਬੇਟ ਦੇ ਵਿੱਚ ਹਿੱਸਾ ਲਿੱਤਾ, ਹਾਲਾਂਕਿ ਉੱਤੇ ਡੋਨਲਡ ਟਰੰਪ ਮੌਜੂਦ ਨਹੀਂ ਸੀ। ਭਾਰਤੀ ਮੂਲ ਦੇ ਹੀ ਸਾਰੇ ਖਿਡਾਰੀ ਜਿਹੜੇ ਪ੍ਰੈਜ਼ੀਡੈਂਟ ਆਫ ਅਮਰੀਕਾ ਦੀ ਦੌੜ ਦੇ ਵਿੱਚ ਸ਼ਾਮਿਲ ਨੇ ਉਹ ਸਾਰੇ ਖਿਡਾਰੀ ਸ਼ਾਮਿਲ ਸੀ ਔਰ ਉੱਥੇ ਵਿਵੇਕ ਰਾਮਾਸਵਾਮੀ ਨੇ ਜੋ ਗੱਲ ਕੀਤੀ ਹੈ ਉਹ ਟਰੰਪ ਸਾਹਿਬ ਦੀਆਂ ਗੱਲਾਂ ਨਾਲ ਮੇਲ ਖਾਂਦੀ ਹੈ ਔਰ ਵਾਸ਼ਿੰਗਟਨ ਪੋਸਟ ਨੇ ਔਰ ਇੰਡੀਆ ਦੇ ਨਿਊਜ਼ਪੇਪਰਸ ਨੇ ਵੀ ਕਿਤੇ ਨਾ ਕਿਤੇ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਲੱਗਦਾ ਹੈ ਵਿਵੇਕ ਰਾਮਾਸਵਾਮੀ ਉੱਤਰਾ ਅਧਿਕਾਰੀ ਨੇ ਡੋਨਲਡ ਟਰੰਪ ਦੇ, ਕਿਉਂਕਿ ਉਹਨਾਂ ਦੇ ਵਿਚਾਰ ਕਾਫੀ ਮਿਲਦੇ ਨੇ। ਖਾਸ ਕਰਕੇ H1B ਜਿਹੜੀ ਵੀਜ਼ਾ ਪ੍ਰਣਾਲੀ ਹੈ ਲਾਟਰੀ ਸਿਸਟਮ ਦੀ, ਉਸ ਨੂੰ ਖਤਮ ਕਰਨ ਦੀ ਗੱਲ ਕਰਦੇ ਨੇ ਵਿਵੇਕ ਰਾਮਾਸਵਾਮੀ। ਤੇ ਨਾਲ ਜਿਹੜੇ ਇਲੀਗਲ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਲੋਕ, ਜਿਨ੍ਹਾਂ ਕੋਲ ਡਾਕੂਮੈਂਟਸ ਨਹੀਂ ਹੈਗੇ, ਜੋ ਅਮਰੀਕਾ ਦੇ ਨਾਗਰਿਕ ਨਹੀਂ, ਜੇ ਉਹਨਾਂ ਦੇ ਬੱਚੇ ਅਮਰੀਕਾ ਦੇ ਵਿੱਚ ਪੈਦਾ ਹੁੰਦੇ ਨੇ ਤਾਂ ਉਹਨਾਂ ਨੂੰ ਵੀ ਅਮਰੀਕਾ ਦੀ ਨਾਗਰਿਕਤਾ ਨਹੀਂ ਦਿੱਤੀ ਜਾਏਗੀ, ਵਾਪਸ ਡਿਪੋਰਟ ਕਰ ਦਿੱਤਾ ਜਾਏਗਾ ਉਹਨਾਂ ਸਾਰੇ ਲੋਕਾਂ ਨੂੰ ਆਪਣੇ ਬੱਚਿਆਂ ਸਮੇਤ। ਵਿਵੇਕ ਰਾਮਾਸਵਾਮੀ ਇਹ ਰਾਏ ਰੱਖਦੇ ਨੇ ਔਰ ਸੇਮ ਰਾਏ ਰੱਖਦੇ ਨੇ ਡੋਨਲਡ ਟਰੰਪ। ਸੋ ਇਹ ਸਾਰੀਆਂ ਗੱਲਾਂ ਚੱਲਦੀਆਂ ਪਈਆਂ ਨੇ ਅਮਰੀਕਾ ਦੀ ਧਰਤੀ ਤੇ ਸਾਰੀ ਰਾਜਨੀਤੀ ਹੁੰਦੀ ਪਈ ਹੈ ਵਿਸ਼ਵ ਭਰ ਦੇ ਵਿੱਚ। ਅਮਰੀਕਾ, ਰਸ਼ੀਆ, ਚੀਨ, ਇਹ ਤਿਕੋਣਾ ਕਿਵੇਂ ਬਣ ਰਿਹਾ ਹੈ, ਇਹਦੇ ਵਿੱਚ ਭਾਰਤ ਕਿੱਦਾਂ ਦਾ ਰੋਲ ਅਦਾ ਕਰ ਰਿਹਾ ਹੈ, ਇਹ ਸਾਰੀਆਂ ਗੱਲਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਹੁਣ ਚੱਲਦੇ ਹਾਂ ਆਪਣੇ ਭਾਰਤ ਦੇਸ਼ ਦੇ ਮੁੱਦਿਆਂ ਦੇ ਉੱਤੇ, ਪੰਜਾਬ ਦੇ ਮੁੱਦਿਆਂ ਦੇ ਉੱਤੇ ਤੇ ਆਫ ਕੋਰਸ ਦੁਨੀਆ ਦੇ ਹੋਰ ਮੁੱਦੇ ਵੀ ਅਸੀਂ ਡਿਸਕਸ ਕਰਾਂਗੇ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਸੰਜੀਵ ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਸਾਡੇ ਵਿਦੇਸ਼ ਮੰਤਰੀ ਜੈਸ਼ੰਕਰ ਜੀ ਹੁਣੇ ਜਿਹੜੇ ਸੰਯੁਕਤ ਰਾਸ਼ਟਰ ਸਭਾ ਦੀ ਇੱਕ ਮੀਟਿੰਗ ਸੀ, ਅਮਰੀਕਾ ਗਏ, ਉੱਥੇ ਉਹਨਾਂ ਸੁਰੱਖਿਆ ਅਧਿਕਾਰੀਆਂ ਨਾਲ ਮੁਲਾਕਾਤਾਂ ਕੀਤੀਆਂ ਔਰ ਜਿਹਦੇ ਵਿੱਚ ਉੱਥੋਂ ਦੇ ਸੁਰੱਖਿਆ ਕੌਂਸਲ ਦੇ ਅਧਿਕਾਰੀ ਸਲਾਹਕਾਰ ਨੇ ਸੀ ਸੈਲੀਵਾਨ ਜੈਕੀ ਜੀ, ਉਹਨਾਂ ਨਾਲ ਗੱਲਬਾਤ ਕੀਤੀ। ਉਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਉੱਥੋਂ ਦੇ ਜਿਹੜੇ ਵਿਦੇਸ਼ ਮੰਤਰੀ ਨੇ ਉਹਨਾਂ ਨਾਲ ਗੱਲਬਾਤ ਵੀ ਹੋਈ ਉਹਨਾਂ ਦੀ, ਪਰ ਉਹਨਾਂ ਦੇ ਮਨਾਂ 'ਚ ਜੋ ਅਜੇ ਆਪਣੇ ਦੇਸ਼ ਲਈ, ਹਿੰਦੁਸਤਾਨ ਲਈ, ਇੰਡੀਆ ਲਈ ਕੁੜੱਤਣ ਹੈ ਉਹ ਅਜੇ ਨਹੀਂ ਨਿਕਲੀ। ਹਾਲਾਂਕਿ ਇਹਨਾਂ ਨੇ ਦੁਵੱਲੇ ਸਬੰਧਾਂ ਬਾਰੇ, ਵਪਾਰ ਬਾਰੇ, ਵਿਦੇਸ਼ੀ ਨੀਤੀ ਬਾਰੇ ਗੱਲ ਕੀਤੀ ਹੈ। ਜਿਹੜੀ ਗੱਲ ਕਰਨ ਵਾਲੀ ਹੈ ਉੱਥੇ ਤਾਂ ਇਹਨਾਂ ਨੇ ਉੱਥੇ ਕੋਈ ਛਾਤ ਪੁਆਈ ਨਹੀਂ। ਹਾਲਾਂਕਿ ਇਸ ਵੇਲੇ ਮਾਮਲਾ ਜਿਹੜਾ ਗਰਮ ਹੈਗਾ ਉਹ ਹੈਗਾ ਕੈਨੇਡਾ ਤੇ ਇੰਡੀਆ ਦਾ ਜਿਹੜਾ ਆਪਸੀ ਤਣਾਅ ਹੈ, ਆਪਸੀ ਟਕਰਾਅ, ਇਹਦੀ ਗੱਲ ਹੈ। ਇਹਦੇ ਵਿੱਚ ਵਿਚੋਲਗਿਰੀ ਕਰ ਰਿਹਾ ਅਮਰੀਕਾ ਨੇ ਵੀਡੀਓ ਭੇਜੀ ਸੀ ਜਿਹੜੀ ਅਸੀਂ 90 ਸੈਕਿੰਡ ਦੀ ਵੇਖ ਚੁੱਕੇ ਹਾਂ, ਜਿਹਦੇ ਵਿੱਚ 6 ਬੰਦਿਆਂ ਦੇ ਮੂੰਹ ਮੁਹਾਂਦਰੇ ਦਿਖਾਏ ਆ ਕਿ ਇਹਨਾਂ ਨੇ ਉਹਨਾਂ ਦਾ ਕਤਲ ਕੀਤਾ, ਗੋਲੀ ਚਲਾਈ ਹੈ। ਔਰ ਉਹ ਤੋਂ ਬਾਅਦ ਜਿਹੜੇ ਉੱਥੇ ਵੀ ਦਹਿਸ਼ਤਗਰਦ ਬੈਠੇ ਨੇ ਅਮਰੀਕਾ ਔਰ ਕੈਨੇਡਾ ਦੇ ਵਿੱਚ, ਉਹਨਾਂ ਦੇ ਵਿੱਚ ਜਿਹੜੀਆਂ ਖੂਬੀਆਂ ਏਜੰਸੀਆਂ ਉਹਨਾਂ ਦੇ ਵੱਲ ਉਹਨਾਂ ਦਾ ਧਿਆਨ ਨਜ਼ਰ ਹੋ ਗਈ ਔਰ ਉਹਨਾਂ ਨੂੰ ਅਜੇ ਤੱਕ ਇਹਨਾਂ ਨੇ ਕੋਈ ਨਹੀਂ ਦੱਸਿਆ ਕਿ ਉਹਨਾਂ ਨੂੰ ਕੱਢਣਾ ਜਾਂ ਰੱਖਣਾ ਜਾਂ ਕੀ ਕਰਨਾਗਾ ਇਸ ਬਾਰੇ, ਕਿਉਂਕਿ ਇੰਡੀਆ ਨੇ ਅਜੇ ਉਸ ਜਿਹੜੇ ਟੌਪਿਕ 'ਤੇ ਜਾਂ ਉਸ ਵਿਸ਼ੇ 'ਤੇ ਗੱਲ ਹੀ ਨਹੀਂ ਛੇੜੀ। ਇਹ ਗੱਲਾਂ ਦੂਜੀਆਂ ਆਸੇ-ਪਾਸੇ ਦੀਆਂ ਕਰਦੇ ਆ, ਉਹ ਦੂਜੀ ਗੱਲ ਨਹੀਂ ਕਰਦੇ ਜਿਹਦੇ ਲਈ ਉਹਨਾਂ ਨੇ ਕਿਹਾ ਟਰੂਡੋ ਨੇ ਕਿ ਮੇਰੇ ਨਾਲ ਗੱਲ ਕਰੋ ਔਰ ਮੇਰੇ ਨਾਲ ਸਹਿਯੋਗ ਦਿਓ ਉਹਦੇ ਵਿੱਚ ਵੀ ਅਸੀਂ ਕੀ ਕਰਨਾ ਚਾਹੁੰਦੇ ਹਾਂ। ਇਹਨਾਂ ਨੂੰ ਸਿੱਧੇ ਤੌਰ 'ਤੇ ਦੱਸ ਦੇਣਾ ਚਾਹੀਦਾ ਕਿ ਆ ਜਿਹੜੇ ਇੱਥੇ ਦਹਿਸ਼ਤਗਰਦ ਨੇ ਜਾਂ ਅੱਤਵਾਦੀ ਬੈਠੇ ਨੇ, ਇਹ ਸਾਡੇ ਦੇਸ਼ ਦਾ ਵੀ ਨੁਕਸਾਨ ਕਰ ਰਹੇ, ਤੁਹਾਡੇ ਦਾ ਵੀ ਕਰ ਰਹੇ, ਕਿਉਂ ਨਾ ਇਹਨਾਂ 'ਤੇ ਕੋਈ ਇਸ ਤਰ੍ਹਾਂ ਦਾ
ਸਕੰਜਾ ਕੱਸੀਏ, ਜਿਹਦੇ ਨਾਲ ਸਾਰਿਆਂ ਵਿੱਚ ਸ਼ਾਂਤੀ ਆਵੇ। ਜਿਹੜੇ ਉੱਥੇ ਸ਼ਰੀਫ ਭਲੇ ਮਾਨਸ ਜਿਹੜੇ ਪਰਿਵਾਰਕ ਨਾਲ ਬੈਠੇ ਨੇ ਲੋਕ ਪਰਿਵਾਰ ਨਾਲ, ਉਹ ਵੀ ਵਿਚਾਰੇ ਇਸ ਚੀਜ਼ ਤੋਂ ਨੁਕਸਾਨ ਉਠਾ ਰਹੇ ਆ। ਔਰ ਉਸ ਗੱਲ 'ਤੇ ਅਜੇ ਇੰਡੀਆ ਆਇਆ ਹੀ ਨਹੀਂ। ਇਹਨਾਂ ਨੇ ਉਦੋਂ ਆਉਣਾ ਜਦੋਂ ਬਿਲਕੁਲ ਸਿਰ ਤੋਂ ਪਾਣੀ ਨਿਕਲ ਜੂਗਾ, ਬੜਾ ਕੁਝ ਹੋ ਜੂਗਾ। ਹਾਲਾਂਕਿ ਉਹਨਾਂ ਨੇ ਇਨਵਾਈਟ ਕਰ ਲਿਆ ਇਹਨਾਂ ਨੂੰ ਕਿ ਗੱਲ ਕਰੋ। ਸਾਡੇ ਵਿਦੇਸ਼ ਮੰਤਰੀ ਨੇ ਗੱਲ ਕਰਨੀ ਹੈ ਜਦੋਂ ਐਮਬੈਸੀ 'ਤੇ ਜਾਂ ਅਸੀਂ ਉਹਨਾਂ 'ਤੇ ਰੋਕ ਲਾ ਦਿੱਤੀ ਹੈ, ਉਹਨਾਂ ਦੀ ਐਂਟਰੀ ਬੈਨ ਕਰ ਦਿੱਤੀ ਹੈ ਸਿਟੀਜ਼ਨ ਜਿਹੜੇ ਹੈਗੇ ਨੇ ਕੈਨੇਡਾ ਦੇ। ਔਰ ਇਹਦੇ ਵਿੱਚ ਜਨਤਾ ਜਿਹੜੀ ਹੈ ਉਹ ਇਹਦਾ ਨੁਕਸਾਨ ਉਠਾ ਰਹੀ ਆ, ਚਾਹੇ ਕਈ ਤਰ੍ਹਾਂ ਦੇ ਵੀਜ਼ੇ ਹੋਣ। ਔਰ ਸਾਡੇ ਜਿਹੜੇ ਉੱਥੇ ਪੜ੍ਹ ਰਹੇ ਵਿਦਿਆਰਥੀ, ਉਹਨਾਂ ਵਿੱਚ ਵੀ ਬਹੁਤ ਕੁਝ ਇਸ ਤਰ੍ਹਾਂ ਦਾ ਤਣਾਅ ਹੈ, ਉਹਨਾਂ ਵਿੱਚ ਵੀ ਬਹੁਤ ਕੁਝ ਜਿਹੜੀ ਸੋਚ ਹੈ ਕਿ ਇਹ ਕੱਲ੍ਹ ਨੂੰ ਨੈਗੇਟਿਵ ਸੋਚ ਹੈ, ਕੱਲ੍ਹ ਨੂੰ ਕੀ ਕੁਝ ਕਰ ਸਕਦਾ ਕੈਨੇਡਾ। ਇਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਹੈ। ਔਰ ਸਾਡੇ ਵਿਦੇਸ਼ ਮੰਤਰੀ ਉਹਦੇ 'ਚ ਨੇ, ਐਮਬੈਸੀ ਆ ਉਹਦੇ 'ਚ ਸਾਡਾ, ਅਸੀਂ ਵੀ ਉੱਧਰਲੇ ਜਿਹੜੇ ਅਫਸਰ ਉਹਨਾਂ ਦੇ ਕੱਢ ਦਿੱਤੇ ਆ, ਔਰ ਡਿਪਲੋਮੈਟ, ਔਰ ਉਹਨਾਂ ਨੇ ਵੀ ਕੱਢ ਦਿੱਤੇ। ਫਿਰ ਨੀਤੀ ਕੀ ਰਹਿ ਗਈ ਔਰ ਸਾਡਾ ਕੀ ਉਹਨਾਂ ਨਾਲ ਜਿਹੜਾ ਹੈਗਾ ਮਿਲਾਪ ਰਹਿ ਗਿਆ ਸਾਡਾ, ਹੈ ਨਾ। ਇਹਦੇ ਵਿੱਚ ਸਾਰੇ ਜਿਹੜੇ ਚਿੰਤਕ ਨੇ ਇਸ ਗੱਲ 'ਤੇ ਖਫਾ ਨੇ ਕਿ ਇਸ ਗੱਲ ਨੂੰ ਪੂਰੀ ਤਰ੍ਹਾਂ ਲਾਈਨ 'ਤੇ ਲਿਆਂਦਾ ਜਾਵੇ, ਕਲੀਅਰ ਕੀਤਾ ਜਾਵੇ, ਜਦੋਂ ਕਿ ਸਾਡੇ ਸਬੰਧ ਕੈਨੇਡਾ ਅਤੇ ਅਮਰੀਕਾ ਨਾਲ ਬਹੁਤ ਵਧੀਆ ਹੈਗੇ ਆ। ਅਸੀਂ ਹੁਣ ਇਹਨਾਂ ਨੂੰ ਕਹੋ ਕਿ ਅਸੀਂ ਚੀਨ ਵਾਲੇ ਸਬੰਧ ਉਹਨਾਂ ਨਾਲ ਬਣਾਉਣੇ ਆ, ਸਾਡੇ ਚੀਨ ਵਾਲੇ ਸਬੰਧ ਉਹਨਾਂ ਨਾਲ ਬਣਨਗੇ, ਰਸ਼ੀਆ ਵਾਲੇ ਸਬੰਧ ਵੀ ਸਾਡੇ ਨਾਲ ਵਧੀਆ ਹੈਗੇ ਆ। ਉਹ 5 ਆਈਜ਼ ਵਾਲੇ ਜਿਹੜੇ ਹੈਗੇ ਸਾਰੇ ਕੰਟਰੀ ਇਹਨਾਂ ਤੋਂ ਨਾਰਾਜ਼ ਹੈ। ਪੱਛਮੀ ਜਿਹੜੀ ਯੂਰਪੀਅਨ ਯੂਨੀਅਨ ਉਹ ਵੀ ਨਾਰਾਜ਼ ਹੈ, ਔਰ ਇਹ ਚੁੱਪ ਕਰਕੇ ਬੈਠੇ ਆ। ਪਤਾ ਨਹੀਂ ਇਹਦੇ ਪਿੱਛੇ ਸਿਆਸਤ ਕੀ ਆ, ਇਲੈਕਸ਼ਨ ਆ, ਜਾਂ ਇਹਦੇ ਪਿੱਛੇ ਕੀ ਮੁੱਦਾ ਹੈ। ਇਹ ਬਿਲਕੁਲ ਠੀਕ ਹੈ। ਔਰ ਐਕਸਪਰਟਸ ਇਹ ਮੰਨਦੇ ਨੇ ਕਿ ਗੇਮ ਕੁਝ ਹੋਰ ਹੈਗੀ ਹੈ, ਜੀ ਸਾਨੂੰ ਦਿਖਾਈ ਇਹ ਦੇ ਰਹੀ ਹੈ। ਸਹੀ ਗੱਲ। ਜੋ ਸਾਨੂੰ ਦਿਖਾ ਰਹੇ ਨੇ ਅਸਲ ਵਿੱਚ ਗੇਮ ਉਹ ਨਹੀਂ ਹੈ, ਗੇਮ ਕੁਝ ਹੋਰ ਹੈ। ਹੋਰ ਉਹੀ ਕਹਿੰਦਾ ਸਿਆਸੀ ਇੱਥੇ ਪਿਛੋਕੜਾ ਕੁਝ। ਬਿਲਕੁਲ। ਔਰ G20 ਤੋਂ ਬਾਅਦ ਜੋ ਭਾਰਤ ਦਾ ਰੁਤਬਾ ਬਣਿਆ ਹੈ ਪੂਰੀ ਦੁਨੀਆ ਦੇ ਵਿੱਚ, ਉਸ ਨੂੰ ਲੈ ਕੇ ਜੋ ਵੈਸਟਰਨ ਵਰਲਡ ਹੈ ਉਹ ਕਿਸ ਤਰ੍ਹਾਂ ਦੀ ਵਿਚਾਰਧਾਰਾ ਰੱਖਦਾ ਹੈ, ਇਹ ਵੀ ਕਾਊਂਟ ਕਰਦਾ ਹੈ। ਔਰ ਇਹਦੇ ਨਾਲ ਜ਼ਰੂਰੀ ਤੌਰ 'ਤੇ ਭਾਰਤ ਦੀ ਸਾਖ ਨੂੰ ਸੱਟ ਮਾਰਨ ਦੀ ਕੋਸ਼ਿਸ਼ ਤੇ ਹੋ ਰਹੀ ਹੈ। ਇਹ ਤੇ ਅਸੀਂ ਸਾਰੇ ਸਮਝਦੇ ਹਾਂ ਇਸ ਗੱਲ ਨੂੰ। ਉਹਨਾਂ ਦੇ ਨਤੀਜੇ ਕੀ ਨਿਕਲਦੇ ਨੇ ਔਰ ਉਹਦਾ ਆਉਣ ਵਾਲੀਆਂ ਚੋਣਾਂ 'ਤੇ ਕੀ ਪ੍ਰਭਾਵ ਪੈਂਦਾ ਜੋ ਭਾਰਤ ਵਿੱਚ ਹੋਣ ਵਾਲੀਆਂ ਨੇ, ਉਹ ਵੀ ਇੱਕ ਗੱਲ ਕਾਬਿਲੇ ਗੌਰ ਹੋਏਗੀ। ਵੈਸੇ ਇਹਨਾਂ ਨੂੰ ਜਿਹੜੀ ਧਨਾੜ ਕੰਟਰੀ ਹੈ ਜਾਂ ਜਿਹੜੇ ਰੱਜੇ ਪੁੱਜੇ ਜਿਹਨੂੰ ਕਹਿ ਸਕਦੇ, ਉਹਨਾਂ ਨਾਲ ਇਹਨਾਂ ਨੂੰ ਟਕਰਾਅ ਨਹੀਂ ਪੈਦਾ ਕਰਨਾ ਚਾਹੀਦਾ, ਕਿਉਂਕਿ ਅਸੀਂ ਉੱਥੇ ਕਮਾਈ ਕਰ ਰਹੇ, ਕੰਮ ਕਰ ਰਹੇ ਹਾਂ। ਔਰ ਉਹਨਾਂ ਦੇਸ਼ਾਂ ਦੇ ਵਿੱਚ ਜੇ ਇੱਕ ਕੈਨੇਡਾ ਨੂੰ ਨਾਰਾਜ਼ ਕਰਨਗੇ, ਉਹਦੇ ਨਾਲ ਹੋਰ 34 ਦੇਸ਼ ਵੀ ਨਾਰਾਜ਼ ਹੋ ਸਕਦੇ ਆ, ਜਿਹੜੇ ਉਹਨਾਂ ਦੇ ਦੋਸਤ ਨੇ, ਉਹਨਾਂ ਦੇ ਮਿੱਤਰ ਨੇ। ਬਿਲਕੁਲ ਹੋ ਸਕਦੇ ਨੇ। ਔਰ ਇੱਥੇ ਬੜਾ ਸੰਭਲ ਕੇ ਚੱਲਣਾ ਪੈਣਾ, ਕਿਉਂਕਿ ਅਸੀਂ ਆਪਣੇ ਨਾਮ ਨੂੰ ਵੀ ਤਾਂ ਦੇਖਣਾ ਹੈ ਨਾ, ਆਪਣੀ ਇੱਜ਼ਤ ਨੂੰ ਵੀ ਦੇਖਣਾ ਹੈ। ਔਰ ਐਸ ਜੇ ਸ਼ੰਕਰ ਕਹਿ ਚੁੱਕੇ ਨੇ ਜੋ ਭਾਰਤ ਦੇ ਫੋਰਨ ਮਿਨਿਸਟਰ ਨੇ ਕਿ ਹੁਣ ਉਹ ਸਮਾਂ ਨਹੀਂ ਰਹਿ ਗਿਆ ਕਿ ਇੱਕ ਜਾਂ ਦੋ ਦੇਸ਼ ਕੋਈ ਏਜੰਡਾ ਤੈਅ ਕਰਦੇ ਸੀ ਤੇ ਪੂਰੀ ਦੁਨੀਆ ਨੂੰ ਉਹਦੇ ਮੁਤਾਬਿਕ ਚੱਲਣਾ ਪੈਂਦਾ ਸੀ। ਹੁਣ ਹਰ ਦੇਸ਼ ਆਪਣਾ ਇੱਕ ਰੁਤਬਾ ਰੱਖਦਾ ਹੈ ਔਰ ਹਰ ਦੇਸ਼ ਨੂੰ ਦੂਜੇ ਦੇਸ਼ ਦੀ ਸੁਣਨੀ ਪਏਗੀ। ਮਤਲਬ ਸਿੱਧੀ ਭਾਸ਼ਾ ਦੇ ਵਿੱਚ ਇਹ ਹੈ ਕਿ ਕਿਸੇ ਦੀ ਦਾਦਾਗਿਰੀ ਨਹੀਂ ਚੱਲੇਗੀ। ਵੈਸੇ ਜਿਹੜੇ ਸਾਡੇ ਵਿਦੇਸ਼ ਮੰਤਰੀ ਹੈ ਇੰਡੀਪੈਂਡੈਂਟਲੀ ਆਪਣੀ ਸੋਚ ਨਹੀਂ ਤੋਂ ਨਹੀਂ ਬੋਲਦੇ, ਇਹਨਾਂ ਦੇ ਪਿੱਛੇ ਵੀ ਬਹੁਤ ਕੁਝ ਹੈਗਾ। ਇਹਨਾਂ ਦੇ ਪਿੱਛੇ ਵੀ ਉਹ ਬੋਲੀ ਹੈ ਜਿਹੜੀ ਉਹਨਾਂ ਦੀ ਕੇਂਦਰ ਨਾਲ ਸਥਾਪਿਤ ਡਿਸਕਸ਼ਨ ਹੋਈ ਹੁੰਦੀ ਹੈ, ਉਹੀ ਅੱਗੇ ਬੋਲਦੇ ਨੇ। ਨਹੀਂ ਤੇ ਪਹਿਲੇ ਮੰਤਰੀ, ਇਹਨਾਂ ਨੇ ਇਹ ਵੀ ਪੁੱਛਣਾ ਚਾਹੀਦਾ, ਜਿਹੜੇ ਪਹਿਲੇ ਮੰਤਰੀ ਸੀ ਉਹਨਾਂ ਦਾ ਓਨ ਡਿਸੀਜਨ ਹੁੰਦਾ ਸੀ, ਆਪਣਾ ਸਿੱਧਾ ਡਿਸੀਜਨ ਲੈਂਦੇ ਸੀ। ਵਿਦੇਸ਼ ਮੰਤਰੀ ਨੇ, ਕੈਬਨਿਟ ਦੇ ਸੀਨੀਅਰ ਮੰਤਰੀ ਆ, ਉਹਨਾਂ ਨੇ ਉਹ ਬੋਲੀ ਬੋਲਣੀ ਜਿਹੜੀ ਬੋਲੀ ਆਲਰੈਡੀ ਡਿਸਕਸ ਹੋਈ ਹੁੰਦੀ ਹੈ, ਸਕ੍ਰਿਪਟ ਰੈਡੀ ਹੁੰਦੀ ਹੈ। ਹੁਣ ਸਾਰਾ ਸਟਾਈਲ ਬਦਲ ਗਿਆ ਹੈ ਪੋਲਿਟਿਕਸ ਦਾ। ਹੁਣ ਜੋ ਸਾਹਮਣੇ ਲੀਡਰਸ ਦਿਖਾਈ ਦਿੰਦੇ ਨੇ, ਸਾਹਮਣੇ ਗਵਰਨਮੈਂਟਸ ਦਿਖਾਈ ਦਿੰਦੀਆਂ ਨੇ, ਉਹਨਾਂ ਦੇ ਪਿੱਛੇ ਜਿਹੜੀ ਡੀਪ ਸਟੇਟ ਬੈਠੀ ਹੋਈ ਹੈ, ਜਿਹੜੀ ਸ਼ੈਡੋ ਪਰਸਨੈਲਿਟੀਜ਼ ਬੈਠੀਆਂ ਹੋਈਆਂ ਨੇ, ਵੱਡੇ ਵੱਡੇ ਤਨਾੜ ਬੈਠੇ ਹੋਏ ਨੇ, ਜਿਹੜੇ ਪੂਰੀ ਦੁਨੀਆ ਦੇ ਵਿੱਚ ਬਿਜ਼ਨਸ ਕਰਨਾ ਜਾਣਦੇ ਨੇ ਔਰ ਪੈਸਾ ਕਰਨਾ, ਕਮਾਈ ਕਰਨਾ ਜਾਣਦੇ ਨੇ, ਉਹ ਕੰਟਰੋਲ ਕਰਦੇ ਨੇ। ਜੋ ਉਹਨਾਂ ਵੱਲੋਂ ਹਦਾਇਤਾਂ ਹੋਣਗੀਆਂ ਉਹ ਕੰਟਰੋਲ ਕਰਦੇ ਨੇ ਕਿ ਕਿਹੜਾ ਦੇਸ਼ ਕਿੰਨਾ, ਮਤਲਬ ਹਰ ਦੇਸ਼ ਉਹਨਾਂ ਵਾਸਤੇ ਗਾਂ ਹੈ, ਕਿਹੜਾ ਦੇਸ਼ ਕਿਹੜੀ ਗਾਂ ਕਿੰਨਾ ਦੁੱਧ ਦੇ ਸਕਦੀ ਹੈ, ਉਹਦੇ ਚੋਂ ਕਿੰਨਾ ਦੁੱਧ ਕੱਢਣਾ ਹੈ, ਉਹਨਾਂ ਨੂੰ ਬਖੂਬੀ ਆਉਂਦਾ ਹੈ। ਔਰ ਉਸੇ ਹਿਸਾਬ ਨਾਲ ਇਹ ਸਾਰੀ ਰਾਜਨੀਤੀ ਪਲਾਨ ਹੁੰਦੀ ਹੈ। ਜਿਹੜੀ ਤੁਸੀਂ ਗੱਲ ਕੀਤੀ ਹੈ, ਇਹ 'ਚ ਹੋਰ ਇਜ਼ਾਫਾ ਕਰਾਂ, ਇਹ 'ਚ ਹੋਰ ਐਡੀਸ਼ਨ ਕਰਾਂ ਕਿ ਉਹ ਜਿਹੜੇ ਹੈਗੇ ਨੇ, ਜਦੋਂ ਮੋਦੀ ਸਾਹਿਬ ਜਾਂਦੇ ਨੇ, ਪਾਰਟੀਕੂਲਰਲੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਆ, ਜਦੋਂ ਉਹਨਾਂ ਦਾ ਉੱਥੇ ਦੌਰਾ ਹੁੰਦਾ, ਜਦੋਂ ਵਿਜ਼ਿਟ ਹੁੰਦੀ ਆ, ਉੱਥੇ ਕਾਰਪੋਰੇਟ ਪਹਿਲਾਂ ਬੈਠੇ ਹੁੰਦੇ ਆ। ਜਦੋਂ ਕੋਈ ਡਿਨਰ ਹੁੰਦਾ, ਕੁਛ ਹੁੰਦਾ, ਉਦੋਂ ਉਹ ਵਾਈਟ ਹਾਊਸ ਦੇ ਆਲੇ ਦੁਆਲੇ ਜਿਹੜੇ ਵੀ ਉੱਥੇ ਦਾਵਤ ਹੁੰਦੀ ਉਹਦੇ ਵਿੱਚ ਬੈਠਦੇ ਆ। ਔਰ ਉਦੋਂ ਬਾਅਦ ਜੇ ਅਸੀਂ ਹੋਰ ਗੱਲ ਕਰੀਏ ਤਾਂ ਜਹਾਜ਼ ਦੇ ਵਿੱਚ ਵੀ ਇਕੱਠੇ ਬੈਠ ਕੇ ਜਾਂਦੇ ਆ। ਔਰ ਇਹ ਪਾਲਿਸੀ ਮੇਕਰ ਤਾਂ ਜਿਹੜੀ ਕੇਂਦਰ ਹੈਗੀ ਆ, ਪਰ ਪਾਲਿਸੀ ਨੂੰ ਅੱਗੇ ਚਲਾਉਣ ਵਾਲੇ, ਪਾਲਿਸੀ ਨੂੰ ਅੱਗੇ ਲੋਕਾਂ ਤੱਕ ਪਹੁੰਚਾਉਣ ਵਾਲੇ ਕਾਰਪੋਰੇਟ ਘਰਾਣੇ ਨੇ, ਤਨਾੜ, ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ। ਔਰ ਇਸੇ ਕਰਕੇ ਆ। ਔਰ ਜੇ ਵਿਦੇਸ਼ ਮੰਤਰੀ ਸਾਹਿਬ ਨੇ ਜਿਹੜੇ ਗੱਲ ਕੀਤੀ ਹੈ ਕਿ ਸਮਾਂ ਬਦਲ ਚੁੱਕਾ, ਸਮਾਂ ਬਦਲਣ ਨਾਲ ਅਸੀਂ ਹੋਰ ਡਿਪੈਂਡੈਂਟ ਹੋ ਗਏ ਉਹਨਾਂ 'ਤੇ। ਪਹਿਲਾਂ ਇਹ ਸਮਾਂ ਨਹੀਂ ਸੀ ਵੀ ਸਾਡੇ ਇੰਨੇ ਵਿਦਿਆਰਥੀ ਰੋਜ਼ ਦਿਹਾੜੀ ਜਿਹੜਾ ਹੈਗਾ ਪੂਰਾ 2 ਲੱਖ ਬੱਚਾ ਜਿਹੜਾ ਉੱਥੇ ਸਟੱਡੀ ਲਈ ਚੱਲ ਜੇ। ਪਹਿਲਾਂ ਤਾਂ ਲੋਕ ਜਾਂਦੇ ਨੇ, ਸਟੱਡੀ ਇੱਥੇ ਹੁੰਦੀ ਸੀ, ਇੱਥੇ ਸਾਰਾ ਕੁਝ। ਹੁਣ ਅਸੀਂ ਪੂਰੇ ਤੌਰ 'ਤੇ ਉਹਨਾਂ 'ਤੇ ਨਿਰਭਰ ਹੋ ਗਏ ਹਾਂ। ਸਾਨੂੰ ਸਗੋਂ ਉਸ ਪਾਲਿਸੀ ਨੂੰ ਭੁੱਲ ਕੇ ਨਵੀਂ ਪਾਲਿਸੀ ਅਖਤਿਆਰ ਕਰਨੀ ਚਾਹੀਦੀ ਹੈ, ਜਿਹੜੀ ਉਹ ਉਹਨਾਂ ਦਾ ਟਰੈਂਡ ਹੈ, ਜੋ ਕਨਸੈਪਟ ਬਣ ਚੁੱਕਿਆ।
ਨਹੀਂ ਤਾਂ ਸਾਡੇ ਬੱਚੇ ਸੜਕਾਂ 'ਤੇ ਤੁਰੇ ਫਿਰਨਗੇ, ਬੜਾ ਕੁਝ ਹੁੰਦਾ। ਇਹਨਾਂ ਨੂੰ ਇਹ ਨਹੀਂ ਨਜ਼ਰ ਆ ਰਿਹਾ ਕਿ ਅਸੀਂ ਸਾਡੇ ਬੱਚੇ ਹਾਇਰ ਸਟੱਡੀ ਲਈ ਉੱਥੇ ਬੈਠੇ ਆ, ਸਾਡੇ ਲੋਕ ਵਪਾਰ ਲਈ ਬੈਠੇ ਆ, ਸਾਡੇ ਲੋਕ ਐਗਰੀਕਲਚਰ ਕਰ ਰਹੇ ਆ। ਇਸ ਖੁਸ਼ਹਾਲੀ ਨੂੰ, ਪੰਜਾਬ ਨੂੰ ਹੋਰ ਖੁਸ਼ਹਾਲ ਕਰਨ ਲਈ ਉਹਨਾਂ ਨਾਲ ਰਾਬਤਾ ਪੈਦਾ ਕਰਨ ਕਿ ਅਸੀਂ ਤੁਹਾਡੇ ਪਿੱਛੇ ਆ, ਤੁਸੀਂ ਜੋ ਕੁਛ ਇੱਥੇ ਕੰਮ ਕਰਨਾ ਕਰੋ, ਜੋ ਤੁਹਾਨੂੰ ਇੱਥੇ ਦੁੱਖ ਤਕਲੀਫ ਆ, ਅਸੀਂ ਗੌਰਮੈਂਟ ਨਾਲ ਗੱਲ ਕਰਾਂਗੇ। ਇਹ ਪਿੱਛੇ ਹਟ ਜਾਂਦੇ ਆ, ਔਰ ਜਦੋਂ ਪਿੱਛੇ ਹਟ ਜਾਣਗੇ ਤਾਂ ਉਹਨਾਂ ਨੂੰ ਇਹ ਨਿਰਾਸ਼ਾ ਹੁੰਦੀ ਹੈ ਕਿ ਅਸੀਂ ਤਾਂ ਇੱਥੇ ਬੈਠੇ ਹਾਂ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ, ਆਪਣੇ ਪੰਜਾਬ ਦੇ ਸੂਬੇ ਦਾ ਨਾਂ ਰੌਸ਼ਨ ਕਰਨ ਲਈ। ਹੁਣ ਉਹਦੇ ਵਿੱਚ ਭਗਵੰਤ ਮਾਨ ਜੀ ਨੇ ਤੇ ਉਹਨਾਂ ਨਾਲ ਗੱਲਬਾਤ ਉਹਨਾਂ ਨੂੰ ਕੀਤਾ ਕਿ ਅਸੀਂ ਕਰਾਂਗੇ। ਹਰ ਸੂਬੇ ਦੇ ਮੁੱਖ ਮੰਤਰੀ ਨੂੰ ਵੇਖਣਾ ਚਾਹੀਦਾ ਕਿ ਅਸੀਂ ਸਾਡੇ ਬੱਚੇ ਉੱਥੇ ਬੈਠੇ ਆ। ਇਹ ਬਕਾਇਦਾ ਤੌਰ 'ਤੇ ਕਹਿੰਦੇ ਨਹੀਂ ਬਾਹਰ ਨਹੀਂ ਜਾਣਾ, ਅਸੀਂ ਇੱਥੇ ਜੌਬ ਦੇਵਾਂਗੇ। ਗੱਲਾਂ ਨਾਲ ਨਹੀਂ ਜੌਬ ਮਿਲ ਜਾਂਦੀ। ਜੋ ਉੱਥੇ ਕੰਮ ਹੈਗਾ, ਜੋ ਉੱਥੋਂ ਦੀ ਆਬਾ ਹਵਾ ਹੈਗੀ ਹੈ, ਜੋ ਉੱਥੇ ਰਹਿਣ ਸਹਿਣ ਹੈਗਾ, ਜੋ ਉੱਥੋਂ ਦੀ ਗੱਡੀਆਂ ਦੀ ਕੰਡੀਸ਼ਨ ਹੈਗੀ ਚਲਾਉਣ ਦੀ, ਉਹ ਕਿਤੇ ਵੀ ਹੈ ਨਹੀਂ। ਇਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਸਾਨੂੰ ਉਸ ਧਰਤੀ 'ਤੇ ਕਿਸ ਤਰ੍ਹਾਂ ਦਾ ਉਹਨਾਂ ਨੇ ਆਗਮਨ ਦਿੱਤਾ, ਕਿਸ ਤਰ੍ਹਾਂ ਦਾ ਵੈਲਕਮ ਕੀਤਾ, ਉਹਦਾ ਅਸੀਂ ਕਈ ਜਨਮਾਂ ਤੱਕ ਵੀ ਉਹਨਾਂ ਦਾ ਜਿਹੜਾ ਅਸੀਂ ਇਹ ਨਿਬੇੜ ਨਹੀਂ ਸਕਦੇ, ਜੋ ਉਹਨਾਂ ਨੇ ਰੁਤਬਾ ਦੇਣਾ ਨਹੀਂ ਦੇ ਸਕਦੇ। ਨਹੀਂ, ਇਹ ਗੱਲ ਤੁਹਾਡੀ ਸਹੀ ਹੈ। ਔਰ ਨਾਲ ਦੀ ਨਾਲ ਗੱਲ ਇਹ ਵੀ ਹੈ ਕਿ ਕੁਝ ਆਪਣੇ ਇਸ਼ੂਜ਼ ਹੁੰਦੇ ਨੇ, ਕੁਝ ਆਪਣੀ ਸੋਚ ਹੁੰਦੀ ਹੈ, ਔਰ ਅਸੀਂ ਹਰ ਥਾਂ ਤੇ ਜਾ ਕੇ ਆਪਣੀ ਸੋਚ ਅਪਲਾਈ ਕਰਨੀ ਹੈ। ਇਹ ਸਾਡੀ ਆਦਤ ਹੈ। ਹੁਣ ਕੀ ਕੀਤਾ ਜਾਏ, ਹਰ ਪਾਸੇ ਤਾਂ ਇਹੀ ਚੱਲਦਾ ਪਿਆ। ਬਟ ਇਹਦੇ ਵਿੱਚੋਂ ਇੱਕ ਰਾਹ ਤਾਂ ਲੱਭਣਾ ਪਏਗਾ ਜਿਹੜਾ ਸਭ ਦੇ ਵਾਸਤੇ ਸੁਖਾਵਾਂ ਹੋਵੇ। ਔਰ ਇਸ ਵਕਤ ਜੇ ਵੈਸਟ ਕਹਿੰਦਾ ਹੈ ਕਿ ਜਿਹੜਾ ਪੱਛਮੀ ਦੇਸ਼ ਨੇ, ਜਿਹੜੇ ਅਮੀਰ ਦੇਸ਼ ਨੇ, ਜੇ ਉਹ ਕਹਿੰਦੇ ਨੇ ਕਿ ਸਾਡਾ ਹੀ ਡੰਡਾ ਚੱਲਣਾ ਚਾਹੀਦਾ ਹੈ, ਤਾਂ ਇਹ ਤਾਂ ਹੁਣ ਨਹੀਂ ਹੋ ਸਕਦਾ। ਇਹ ਤਾਂ ਹੈ, ਕਿਉਂਕਿ ਪੂਰੀ ਦੁਨੀਆ ਹੁਣ ਵੱਡੀ ਲੌਬੀ ਬਣੀ ਹੈ। ਠੀਕ ਹੈ। ਔਰ ਵਾਕਈ ਪਿੱਛੋਂ ਜਿਹੜੇ ਕੰਟਰੋਲਰ ਨੇ ਉਹਨਾਂ ਦੀ ਸੋਚ ਵੱਖਰੀ ਹੈ, ਉਹੀ ਲਾਗੂ ਹੋਣੀ ਹੁੰਦੀ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਨਿਊ ਵਰਲਡ ਆਰਡਰ। ਜਿਹੜੇ ਪਿੱਛੇ ਬੈਠੇ ਨੇ ਉਹ ਕੰਟਰੋਲ ਕਰਦੇ ਨੇ, ਚਾਹੇ ਉਹ ਭਾਰਤ ਹੋਵੇ ਚਾਹੇ ਦੂਜੇ ਦੇਸ਼ ਹੋਣ। ਹਰ ਥਾਂ ਦੇ ਉੱਤੇ ਜਿਹੜੀ ਪੋਲਿਟਿਕਸ ਹੈ ਹੁਣ ਉਹਦਾ ਸਟਾਈਲ ਬਦਲ ਗਿਆ ਹੈ। ਹੁਣ ਇਕਨੋਮੀ ਹਾਵੀ ਹੈ, ਹੁਣ ਬਿਜ਼ਨਸ ਹਾਵੀ ਹੈ। ਜਿਹੜੇ ਸਾਡੇ ਲੀਡਰ ਸਾਹਿਬਾਨ ਵੱਖ-ਵੱਖ ਕੰਟਰੀਜ਼ ਦੇ ਵਿੱਚ ਜਾਂਦੇ ਨੇ, ਉਹਨਾਂ ਵਾਸਤੇ ਰੈੱਡ ਕਾਰਪੇਟ ਵਿਛਦੇ ਨੇ, ਬੜੀ ਇੱਜ਼ਤ ਮਿਲਦੀ ਹੈ। ਉਹਦੇ ਪਿੱਛੇ ਬਿਜ਼ਨਸ ਹੁੰਦਾ ਹੈ। ਸਹੀ ਗੱਲ। ਔਰ ਜਿਸ ਮੁਲਕ ਨੇ ਇਹ ਇੱਜ਼ਤ ਦੇਣੀ ਹੈ, ਉਹਨੇ ਆਪਣਾ ਬਿਜ਼ਨਸ ਕਰਨਾ ਹੈ, ਕਿਉਂਕਿ ਉਹਨਾਂ ਦਾ ਬਿਜ਼ਨਸ ਹੀ ਇਹ ਹੈ ਕਿ ਬਿਜ਼ਨਸ ਕਿੱਦਾਂ ਕੀਤਾ ਜਾਵੇ, ਪੈਸਾ ਕਿੱਦਾਂ ਕਮਾਇਆ ਜਾਵੇ। ਔਰ ਉਹਦੇ ਵਾਸਤੇ ਉਹ ਜਿਹੜੇ ਉਹਦੇ ਕਲਾਇੰਟਸ ਆਣਗੇ, ਜਿਹੜੀ ਉਹਦੀ ਮਾਰਕੀਟ ਹੈ, ਉਹਨੂੰ ਪੂਰੀ ਉਹ ਇੱਜ਼ਤ ਦੇਗਾ ਹੀ ਦੇਗਾ, ਕਿਉਂਕਿ ਭਾਰਤ ਵਰਗੀ ਵੱਡੀ ਮਾਰਕੀਟ ਕਿਤੇ ਵੀ ਨਹੀਂ ਹੈ। ਇਸ ਤਰ੍ਹਾਂ ਇੱਕ ਹੋਰ ਪੁਆਇੰਟ ਹੈਗਾ ਕਿ ਬਰਤਾਨੀਆ 'ਚ ਰਿਸ਼ੀ ਸੁਨਕ ਜੀ ਨੇ ਇੱਕ ਹੋਰ ਵੀ ਨਵਾਂ ਜਿਹੜਾ ਕੰਮ ਕਰ ਦਿੱਤਾ। ਉਹ ਹੈਗਾ ਕਿ ਉੱਥੇ ਟਾਸਕ ਫੋਰਸ ਨਵੀਂ ਬਣਾਤੀ, ਖੁਫੀਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਕਿ ਇੱਥੇ ਜੋ ਕੁਛ ਹੈਗਾ ਉਹਦਾ ਸਫਾਇਆ ਕਰੋ। ਔਰ ਦੇਖੋ, ਹਾਲਾਂਕਿ ਭਾਰਤੀ ਮੂਲ ਦੇ, ਪਰ ਉਹਨਾਂ ਕੋਲ ਰੁਤਬਾ ਹੋਇਆ ਹੈ। ਉਹਨਾਂ ਨੇ ਜੇ ਗੱਲ ਕਰਨੀ ਹੈ ਤਾਂ ਬ੍ਰਿਟੇਨ ਦੀ ਗੱਲ ਕਰਨੀ ਹੈ, ਲੰਡਨ ਦੀ ਗੱਲ ਕਰਨੀ ਹੈ, ਬਰਮਿੰਗਮ ਦੀ ਗੱਲ ਕਰਨੀ ਹੈ। ਉਹ ਦਿੱਲੀ ਦੀ ਗੱਲ ਨਹੀਂ ਕਰਨਗੇ, ਔਰ ਨਾ ਹੀ ਤੁਹਾਡੇ ਕਿਸੇ ਕਲਕੱਤਾ ਤੇ ਮਦਰਾਸ ਦੀ ਗੱਲ ਕਰਨਗੇ। ਉਸ ਦੇਸ਼ ਦੀ ਕਰਨਗੇ ਜਿਸ ਦੇਸ਼ ਦੇ ਇਸ ਵੇਲੇ ਨੇਤਾ ਨੇ, ਹੈੱਡ ਨੇ। ਔਰ ਉਹਨਾਂ ਨੇ ਕਹਿਤਾ ਹੁਣ ਹਰ ਦੇਸ਼ ਦੇ ਵਿੱਚ ਹਲਚਲ ਪੈ ਗਈ ਹੈ। ਆਸਟ੍ਰੇਲੀਆ 'ਚ ਵੀ ਜੇ ਆਪਾਂ ਪੜ੍ਹਦੇ ਹਾਂ, ਆਸਟ੍ਰੇਲੀਆ 'ਚ ਬੜਾ ਕੁਛ ਹੋ ਗਿਆ। ਉੱਥੇ ਵੀ ਜਿਹੜੀ ਕਈ ਏਜੰਸੀਆਂ ਤੁਰੀਆਂ ਫਿਰਦੀਆਂ, ਔਰ ਖੁਫੀਆ ਏਜੰਸੀਆਂ ਨੇ ਆਪਣੀ ਵੀਡੀਓ ਉਹਨਾਂ ਨੂੰ ਦਾਇਰ ਕੀਤੀ। 50 ਲੋਕ ਨੇ ਜਿਹੜੇ ਤੁਹਾਡੇ ਹੈਗੇ। ਇਹੀ ਅਮਰੀਕਾ 'ਚ ਹੋਇਆ, ਇਹੀ ਕੈਨੇਡਾ 'ਚ ਹੋ ਰਿਹਾ। ਔਰ ਜੇ ਕੁਛ ਹੋ ਰਿਹਾ ਤਾਂ ਸਾਡੇ ਲੋਕ ਨੇ ਉੱਥੇ, ਔਰ ਇਹ ਕਿਉਂ ਤੋਂ ਮੁਨਕਰ ਹੁੰਦੇ ਆ, ਕਿਉਂ ਨਹੀਂ ਮੰਨਦੇ ਇਹਨਾਂ ਨਾਲ ਗੱਲ? ਕੋਈ ਵੱਡਾ ਇਸ਼ੂ ਨਹੀਂ ਹੈਗਾ। ਜੇ ਇਸ ਗੱਲ 'ਤੇ ਗੱਲ ਕਰ ਲੈਣ ਕਿ ਜੇ ਇਦਾਂ ਦੀ ਗੱਲ ਹੈ, ਜੇ ਤੁਸੀਂ ਕੰਟਰੋਲ ਕਰ ਸਕਦੇ ਤਾਂ ਕਰੋ, ਅਸੀਂ ਤੁਹਾਡੇ ਨਾਲ, ਇੰਨਾ ਕਹਿ ਦੇਣ। ਜਦੋਂ ਕੋਈ ਕਿਸੇ 'ਤੇ ਆਫਤ ਆਉਂਦੀ ਆ, ਤਾਂ ਕਿਸੇ 'ਤੇ ਕੋਈ ਨਾ ਕੋਈ ਐਮਰਜੈਂਸੀ ਆਉਂਦੀ ਹੈ, ਤਾਂ ਨਾਲ ਦੇ ਜਦੋਂ ਗੁਆਂਢੀ ਕਹਿੰਦੇ ਫੜ ਲਓ ਅਸੀਂ ਤੁਹਾਡੇ ਨਾਲ, ਔਰ ਉਹਦੇ ਨਾਲ ਉਹਨਾਂ ਨੂੰ ਬਹੁਤ ਹੌਸਲਾ ਮਿਲ ਜਾਂਦਾ। ਸਿਰਫ ਇੰਨਾ ਹੀ ਕਹਿਣਾ ਇਹਨਾਂ ਨੇ, ਹੋਰ ਤਾਂ ਕੁਝ ਨਹੀਂ ਕਹਿਣਾ। ਇਹ ਕਹਿੰਦੇ ਅਸੀਂ ਅੱਜ ਹੋਰ ਸੀ ਤਾਂ ਕੱਲ੍ਹ ਹੋਰ ਹੈ। ਇਹ ਕਿਸੇ ਨੇ ਮੰਨਣਾ ਨਹੀਂ। ਅਸੀਂ ਤਾਂ ਡਿਪੈਂਡੈਂਟ ਹਾਂ, ਸਾਡੇ 'ਤੇ ਬੱਚੇ ਉੱਥੇ, ਸਾਡੇ ਲੋਕ ਉੱਥੇ ਨੇ, ਬਜ਼ੁਰਗ ਸਾਡੇ ਉੱਥੇ ਨੇ, ਚਾਹੇ ਪਾਰਕਾਂ 'ਚ ਬੈਠੇ ਨੇ ਜਿੱਥੇ ਹੈਗੇ ਆ, ਬਜ਼ੁਰਗ ਮਾਤਾਵਾਂ ਉੱਥੇ ਨੇ, ਮੁਟਿਆਰਾਂ ਉੱਥੇ ਆ। ਸਾਨੂੰ ਤਾਂ ਬਹੁਤ ਕੁਝ ਦੇਖਣਾ ਪੈਣਾ ਉਸ ਦੇਸ਼ ਦਾ। ਇਸ ਵੇਲੇ ਸਾਡਾ ਅੱਧਾ ਹਿੱਸਾ ਉੱਥੇ ਇੰਡੀਆ ਦਾ। ਕਿਉਂ ਨਹੀਂ ਸਾਨੂੰ ਦੇਖਣਾ ਚਾਹੀਦਾ? ਕਿਉਂਕਿ ਅਸੀਂ ਉਹਨਾਂ ਲੋਕਾਂ ਦੀ ਗੱਲ ਕਰਦੇ ਜਿਹੜੇ ਸਾਡੀਆਂ ਇੱਥੇ ਜੜ੍ਹਾਂ 'ਚ ਬੈਠੇ ਜਾਂ ਇੱਥੇ ਆ ਕੇ ਬੈਠੇ ਨੇ, ਹੈ ਨਾ, ਜਿਹੜੇ ਦੇਸ਼ ਨੂੰ ਥੋੜ੍ਹੇ ਤਬਾਹੀ ਵੱਲ ਨੂੰ ਲਿਜਾ ਰਹੇ ਆ। ਉਹਨਾਂ ਲੋਕਾਂ ਵੱਲ ਵੇਖਣਾ, ਉਹਨਾਂ ਲੋਕਾਂ ਵੱਲ ਵੇਖੋ ਜਿਹੜੇ ਪੰਜਾਬ ਦੀ ਖੁਸ਼ਹਾਲੀ ਲਈ, ਦੇਸ਼ ਦੀ ਖੁਸ਼ਹਾਲੀ ਲਈ, ਔਰ ਇੱਥੋਂ ਦੀ ਆਰਥਿਕਤਾ ਵਿਵਸਥਾ ਨੂੰ ਵੇਖਣ ਵਿੱਚ ਬੈਠੇ ਨੇ ਸਾਡੇ NRI ਵੀ। ਬਿਲਕੁਲ ਬੈਠੇ ਨੇ, ਪਰ ਕਿਤੇ ਨਾ ਕਿਤੇ ਜਾ ਕੇ ਸਭ ਦੇ ਹੱਥ ਖੜੇ ਹੋ ਜਾਂਦੇ ਨੇ। ਜਿੱਥੇ ਪਾਵਰ ਆਂਦੀ ਹੈ ਨਾ, ਉੱਥੇ ਹੱਥ ਖੜੇ ਹੋ ਜਾਂਦੇ ਨੇ। ਔਰ ਜਿੱਥੇ ਪੈਸਾ ਬੋਲਦਾ ਹੈ, ਉੱਥੇ ਸੱਚਾਈ ਦੀ ਬੋਲਤੀ ਬੰਦ ਹੋ ਜਾਂਦੀ ਹੈ। ਇਹ ਅਕਸਰ ਦੁਨੀਆ ਦੇ ਵਿੱਚ ਵਰਤਾਰਾ ਅਸੀਂ ਦੇਖਦੇ ਹਾਂ ਕਿ ਵੈਨ ਮਨੀ ਸਪੀਕਸ ਟਰੁਥ ਕੀਪਸ ਸਾਇਲੈਂਟ। ਬਿਲਕੁਲ। ਸੋ ਆਪਾਂ ਅੱਗੇ ਵਧੀਏ। ਮਨੀਪੁਰ, ਇੰਫਾਲ ਫਿਰ ਤੋਂ ਹਿੰਸਾ ਹੋ ਰਹੀ ਹੈ, ਔਰ ਪੂਰੀ ਦੁਨੀਆ ਦੇ ਵਿੱਚ ਇਹਦੀ ਚਰਚਾ ਹੈ ਕਿ ਭਾਰਤ ਦੇ ਵਿੱਚ ਕੀ ਹੋ ਰਿਹਾ ਹੈ, ਹਿਊਮਨ ਰਾਈਟਸ ਦਾ ਕੀ ਬਣਦਾ ਪਿਆ। ਭਾਰਤ ਦੀ ਧਰਤੀ ਦੇ ਉੱਤੇ ਇੱਕ ਔਰਤ ਦੀ ਬੇਪਤੀ ਕੀਤੀ ਗਈ ਹੈ, ਔਰ ਇੰਨੇ ਮਹੀਨਿਆਂ ਬਾਅਦ ਵੀ ਅਜੇ ਤੱਕ ਕੋਈ ਕਾਰਵਾਈ ਇੱਦਾਂ ਦੀ ਨਹੀਂ ਜਿਹੜੀ ਪੁਖਤਾ ਵਿਖਾਈ ਦਿੰਦੀ ਹੋਵੇ ਪੂਰੀ ਦੁਨੀਆ ਨੂੰ ਕਿ ਆਹ ਹੋਇਆ ਸੀ ਤੇ ਆਹ ਕਰਕੇ ਦਿਖਾ ਦਿੱਤਾ ਹੈ। ਕਾਨੂੰਨ ਆਪਣੇ ਕੰਮ ਕਰਦਾ ਹੈ, ਕਾਨੂੰਨ ਆਪਣੀ ਚਾਲ ਨਾਲ ਚੱਲਦਾ ਹੈ, ਪਰ ਫਿਰ ਵੀ ਲੋਕ ਵੀ ਨਾਰਾਜ਼ ਨੇ, ਔਰ ਇੰਟਰਨੈਸ਼ਨਲ ਡਾਇਸਪੋਰਾ ਵੀ
ਨਾਰਾਜ਼ ਹੈ ਇੰਨੀਆਂ ਘਟਨਾਵਾਂ ਤੋਂ, ਕਿਉਂਕਿ ਭਾਰਤ ਵਰਗੇ ਵੱਡੇ ਲੋਕਤੰਤਰ ਦੇ ਵਿੱਚ ਇਹਨਾਂ ਗੱਲਾਂ ਦੀ ਉਮੀਦ ਨਹੀਂ ਹੈ ਔਰ ਨਾ ਹੀ ਇਹਨਾਂ ਗੱਲਾਂ ਨੂੰ ਹੁੰਦਿਆਂ ਕੋਈ ਦੇਖ ਸਕਦਾ ਹੈ। ਬੜੀ ਦੇਰ ਤੋਂ ਅਸੀਂ ਅਖਬਾਰਾਂ ਪੜ੍ਹ ਰਹੇ ਹਾਂ, ਵੀਡੀਓ ਵੇਖ ਰਹੇ ਹਾਂ, ਔਰ ਇਹਦੇ ਵਿੱਚ ਜੋ ਹਾਦਸੇ ਜਾਂ ਹਿੰਸਕ ਘਟਨਾਵਾਂ ਹੋ ਰਹੀਆਂ ਨੇ ਇੰਫਾਲ ਰਾਜਧਾਨੀ ਮਨੀਪੁਰ ਦੇ ਵਿੱਚ, ਉਹ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਹੁਣੇ ਰੀਸੈਂਟਲੀ ਜਿਹੜਾ ਹੋਇਆ ਉੱਥੇ ਇੱਕ ਭੈਣ ਭਰਾ ਮਾਰ ਦਿੱਤੇ ਗਏ ਆ, ਬਲੱਡ ਰਿਲੇਸ਼ਨ ਦੇ ਵਿੱਚ ਹੀ ਉਹਨਾਂ ਨੂੰ ਮਾਰ ਦਿੱਤਾ ਗਿਆ। ਉਹਨਾਂ ਦੇ ਲਈ ਵੀ ਉਹਨਾਂ ਦੇ ਵਿਰੋਧਤਾ ਲਈ ਪ੍ਰਦਰਸ਼ਨ ਹੋਏ ਆ, ਔਰ ਡਿਪਟੀ ਕਮਿਸ਼ਨਰ ਇੰਫਾਲ ਜਿਹੜੇ ਉੱਥੇ ਉਹਨਾਂ ਦਾ ਘਰ ਘੇਰਿਆ ਗਿਆ, ਔਰ ਉਦੋਂ ਬਾਅਦ ਇਹਨਾਂ ਨੇ ਜਿਹੜੇ ਉੱਥੋਂ ਦੇ ਮੁੱਖ ਮੰਤਰੀ ਨੇ ਬਰੇਨ ਸਿੰਘ ਜੀ, ਉਹਨਾਂ ਦਾ ਰੈਜ਼ੀਡੈਂਸ ਨੂੰ ਵੀ ਘੇਰਿਆ, ਉੱਥੇ ਉਹਨਾਂ ਦੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਉਹ ਕੁਦਰਤੀ ਉੱਥੇ ਨਹੀਂ ਸੀ, ਮੁੱਖ ਮੰਤਰੀ ਸਾਹਿਬ ਉੱਥੇ ਨਹੀਂ ਸੀ, ਉਹ ਆਪਣੇ ਰੈਜ਼ੀਡੈਂਸ਼ੀਅਲ ਜਿਹੜਾ ਆਫਿਸ ਦਾ ਉਹਦੇ ਵਿੱਚ ਬੈਠੇ ਸੀਗੇ, ਔਰ ਉਹਨਾਂ ਦਾ ਪਰਿਵਾਰ ਵੀ ਉੱਥੇ ਸੀ। ਉਹ ਇਸ ਘਟਨਾ ਤੋਂ ਬਚ ਗਿਆ, ਔਰ 24 ਘੰਟੇ ਦਾ ਉੱਤੇ ਰਾਤ ਦਿਨ ਦਾ ਕਰਫਿਊ ਲੱਗਾ ਪਿਆ, ਔਰ ਉੱਥੋਂ ਦਾ ਜਿਹੜਾ ਰੋਜ਼ਮਰਾ ਦੀ ਜ਼ਿੰਦਗੀ ਆ, ਕੰਮਕਾਜ ਆ ਜਾਂ ਮਾਰਕੀਟ ਆ, ਸਾਰਾ ਕੁਝ ਰੁਕਿਆ ਪਿਆ। ਔਰ ਇਸ ਕਰਕੇ ਰੁਕ ਗਿਆ ਕਿ ਲੋਕ ਵਿਚਾਰੇ ਦਹਿਸ਼ਤ ਦੇ ਮਾਰੇ ਨਹੀਂ ਜਾ ਰਹੇ ਬਾਹਰ, ਔਰ ਉਹ ਦੇਸ਼ ਦੇ ਵਸਨੀਕ ਨੇ, ਇੰਡੀਆ ਦੇ ਵਸਨੀਕ ਆ, ਉਹ ਉਹਨਾਂ ਨੂੰ ਵਿਚਾਰਿਆਂ ਨੂੰ ਇਸ ਵੇਲੇ ਅਸੀਂ ਇਸ ਤਰ੍ਹਾਂ ਦੇ ਬੰਦੀ ਬਣਾ ਦਿੱਤਾ। ਬੰਦੀ ਆ ਉਹ, ਕਿਉਂਕਿ ਘਰ ਵਿੱਚ ਨਜ਼ਰਬੰਦ ਹੋ ਗਏ ਆ ਲੋਕ, ਔਰ ਉਹਨਾਂ ਨੂੰ ਛਡਾਉਣ ਲਈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਓਪਨ ਹਵਾ ਦੇ ਵਿੱਚ, ਖੁੱਲ੍ਹੀ ਹਵਾ ਵਿੱਚ ਅਸੀਂ ਜਾਂ ਸਾਡੀ ਸਰਕਾਰ ਅਜੇ ਤੱਕ ਕੁਝ ਵੀ ਨਹੀਂ ਕਰ ਸਕੀ, ਜਦੋਂ ਕਿ ਕੇਂਦਰ ਸਰਕਾਰ ਦਾ ਹੀ ਉੱਥੇ ਬੀਜੇਪੀ ਦਾ ਹੀ ਉੱਥੇ ਗਲਬਾ, ਉੱਥੋਂ ਦੀ ਸਰਕਾਰ ਵੀ ਉਹਨਾਂ ਦੀ ਹੈਗੀ ਆ। ਨਾ ਤਾਂ ਇਹ ਮੁੱਖ ਮੰਤਰੀ ਬਦਲ ਸਕੇ ਆ, ਨਾ ਉੱਥੇ ਕੋਈ ਸਿਕਿਉਰਿਟੀ ਚੱਜ ਨਾਲ ਭੇਜ ਸਕੇ ਆ। ਜਿਹੜੀ ਸਿਕਿਉਰਿਟੀ ਜਾਂਦੀ ਉਹ ਆਪਣੇ ਹਥਿਆਰ ਹੀ ਉਹਨਾਂ ਕੋਲ ਖੁਆ ਪੈਂਦੀ ਆ, ਔਰ ਫਿਰ ਲੜਨਾ ਉਹਨਾਂ ਨੇ ਕਾਹਦੇ ਆਸਰੇ ਆ। ਔਰ ਆਪਾਂ ਇੱਕ ਦਿਨ ਗੱਲ ਕੀਤੀ ਸੀ ਕਿ ਇਹ ਆਰਮੀ ਦੇ ਹਵਾਲੇ ਕਰ ਦੇਣਾ ਚਾਹੀਦਾ। ਆਰਮੀ ਦਾ ਕਮਾਂਡਰ ਇੱਕ ਚੱਲ ਗਿਆ ਤਾਂ ਉਹਨਾਂ ਨੇ ਬਿਲਕੁਲ ਸੈੱਟ ਕਰ ਦੇਣਾ ਸਾਰਾ ਕੁਝ। ਜਿਹੜੀਆਂ ਇੰਟਰਨਲ ਜਿਹੜੀਆਂ ਐਮਰਜੈਂਸੀ ਜਾਂ ਜਿੱਥੇ ਲੜਾਈਆਂ ਹੁੰਦੀਆਂ ਉਹਨੂੰ ਰੋਕਣ ਲਈ ਸਾਡੇ ਬਲ ਜਾਂ ਫੋਰਸਾਂ ਨੇ, ਉਹ ਇਸ ਕਈ ਵਾਰੀ ਨਹੀਂ ਰੋਕ ਸਕਦੀਆਂ। ਆਰਮੀ ਕੁਝ ਅੱਛੀ ਟ੍ਰੇਨਿੰਗ ਹੁੰਦੀ ਹੈ, ਆਰਮੀ ਰੋਕ ਸਕਦੀ ਹੈ। ਪਤਾ ਨਹੀਂ ਕਿਹੜਾ ਆਰਡਰ ਦੀਕ ਰਹੇ ਆ ਕਿ ਲੋਕਾਂ ਨੂੰ ਮਰਵਾ ਰਹੇ ਆ, ਔਰ ਉੱਥੇ ਦੀ ਜਿਹੜੀ ਦਸ਼ਾ ਹੈ ਇਸ ਵੇਲੇ ਬਿਲਕੁਲ ਬੜੀ ਹੈਰਾਨੀਜਨਕ ਔਰ ਬੜੀ ਹੀ ਮਾਰੂ ਜਿਹੜੀ ਆ ਸਿੱਧ ਹੋ ਰਹੀ ਆ, ਮਰ ਰਹੇ ਨੇ ਲੋਕ। ਉਹਦੇ ਇਹਦੋਂ ਪਹਿਲਾਂ ਜਿਹੜੀ ਘਟਨਾ ਜਿਹਦਾ ਤੁਸੀਂ ਜ਼ਿਕਰ ਕੀਤਾ, ਔਰਤਾਂ ਨੂੰ ਨਿਰਵਸਤਰ ਕਰਕੇ ਪੂਰੇ ਵਰਲਡ ਦੇ ਵਿੱਚ, ਪੂਰੇ ਵਿਸ਼ਵ ਵਿੱਚ ਇੱਕ ਐਸੀ ਨਮੋਸ਼ੀ ਖੱਟੀ ਹੈ ਜਿਹੜਾ ਕਦੇ ਵੀ ਇੰਡੀਆ ਵਿੱਚ ਨਹੀਂ ਹੋ ਸਕੀ, ਨਹੀਂ ਹੋਏਗੀ ਔਰ ਨਾ ਹੋਵੇ। ਔਰ ਇਹ ਫਿਰ ਦੁਬਾਰਾ ਇਹਨਾਂ ਦੀ ਦੁਰਦਸ਼ਾ ਹੋ ਗਈ ਹੈ। ਇਹਨੂੰ ਰੋਕਣ ਲਈ ਕਿਸੇ ਵੀ ਸਰਕਾਰ ਵੱਲੋਂ, ਨਾ ਸੂਬਾ ਸਰਕਾਰ ਵੱਲੋਂ, ਨਾ ਕੇਂਦਰ ਵੱਲੋਂ, ਨਾ ਕੁਛ ਉੱਥੇ ਕਦੀ ਕੋਈ ਸੰਦੇਸ਼ ਦਿੱਤਾ ਗਿਆ। ਨਹੀਂ ਤਾਂ ਸਾਡੇ ਜਿਹੜੇ ਵੱਡੇ ਨੇਤਾ ਨੇ ਕੁਝ ਸੰਦੇਸ਼ ਦੇ ਦੇਣ ਕਿ ਆਰਾਮ ਨਾਲ ਬਹਿ ਜਾਓ, ਅਸੀਂ ਤੁਹਾਡੇ ਨਾਲ ਹਾਂ, ਜਿਹੜੀਆਂ ਵੀ ਤੁਹਾਡੀਆਂ ਮੰਗਾਂ ਨੇ ਅਸੀਂ ਪ੍ਰਵਾਨ ਕਰ ਲਾਂਗੇ, ਤੁਹਾਡੇ ਨੁਮਾਇੰਦੇ 4-5 ਆ ਜਾਣ, ਅਸੀਂ ਹਾਜ਼ਰ ਹਾਂ। ਕਿਉਂ? ਉੱਥੇ ਸਾਰਾ ਕੁਝ ਬੰਦ ਹੋ ਜਾਊਗਾ। ਔਰ ਆਪਸੀ ਲੜਾਈ ਉਹਨਾਂ ਦੇ ਕੁਛ ਟਰਾਈਬਲ ਜਿਹੜੇ ਹੈਗੇ ਏਜੰਸੀਆਂ ਨੇ, ਜਥੇਬੰਦੀਆਂ, ਉਹਨਾਂ ਦੀ ਲੜਾਈ ਹੈ, ਲੋਕਲ ਨੇ ਉੱਥੋਂ ਦੇ। ਕੋਈ ਜ਼ਮੀਨ ਦੀ ਲੜਾਈ ਹੈ, ਕੋਈ ਜਾਇਦਾਦ ਦੀ ਲੜਾਈ ਹੈ, ਕੋਈ ਰਿਜ਼ਰਵੇਸ਼ਨ ਦੀ ਲੜਾਈ ਹੈ, ਕੁਛ ਮੰਗਾਂ ਨੇ ਜਿਹੜੀਆਂ ਕੇਂਦਰ ਨੇ ਪੂਰੀਆਂ ਕਰਨੀਆਂ ਜਾਂ ਸਟੇਟ ਕਰੇ। ਔਰ ਜੇ ਇਹਨਾਂ ਨੇ ਕਰਨੀ ਸਾਰੇ ਬੰਦੇ ਮਰਵਾ ਕੇ ਮੰਗਾਂ ਪੂਰੀਆਂ ਕਰ ਲੈ, ਫਿਰ ਕੀ ਫਾਇਦਾ ਉਹਦਾ? ਐਗਜ਼ੈਕਟਲੀ, ਫਿਰ ਕੀ ਫਾਇਦਾ ਉਹਦਾ? ਕਿਉਂਕਿ ਇੱਕ ਤਰ੍ਹਾਂ ਨਾਲ ਅਸੀਂ ਦੇਖਦੇ ਹਾਂ ਨਾ ਕਿ ਗੱਲ ਹੱਥ ਤੋਂ ਬਾਹਰ ਜਾਂਦੀ ਪਈ। ਬਿਲਕੁਲ, ਗੱਲ ਹੱਥ ਦੇ ਵਿੱਚ ਨਹੀਂ ਹੈ, ਕੰਟਰੋਲ ਦੇ ਵਿੱਚ ਨਹੀਂ ਹੈ। ਕਿਉਂਕਿ ਜਦੋਂ ਕਮਿਊਨਿਟੀਜ਼ ਇਹ ਗੱਲਾਂ ਕਰਨ ਕਿ ਸਾਨੂੰ ਵੱਖਰੀ ਸਟੇਟ ਦੇ ਦਿਓ, ਅਸੀਂ ਇਕੱਠੇ ਨਹੀਂ ਰਹਿ ਸਕਦੇ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਸ਼ੂ ਹੋ ਜਾਂਦਾ। ਸਹੀ ਗੱਲ। ਕਿਉਂਕਿ ਇੱਥੇ ਸਟੇਟ ਤਾਂ ਚਲੋ ਬਾਅਦ ਦੀ ਗੱਲ ਹੈ ਕਿ ਦੇਣੀ ਹੈ ਕਿ ਨਹੀਂ ਦੇਣੀ, ਔਰ ਇਹ ਹੋਣਾ ਤਾਂ ਨਹੀਂ ਚਾਹੀਦਾ, ਨਹੀਂ ਮਿਲੇਗੀ ਸਟੇਟ, ਕਿਉਂਕਿ ਭਾਰਤ ਇੱਦਾਂ ਤੋੜਿਆ ਥੋੜ੍ਹਾ ਜਾ ਸਕਦਾ। ਕੱਲ੍ਹ ਨੂੰ ਕੋਈ ਹੋਰ ਉੱਠ ਕੇ ਕਵੇ ਸਾਨੂੰ ਵੀ ਦੇ ਦਿਓ, ਇੱਦਾਂ ਨਹੀਂ ਹੋ ਸਕਦਾ। ਬਾਕੀ ਇਹ ਹੈ ਕਿ ਮਨਾਂ ਦੇ ਵਿੱਚ ਜਿਹੜਾ ਇੱਕ ਵਿਤਕਰਾ ਪੈ ਚੁੱਕਾ ਹੈ, ਮਨ ਦੇ ਵਿੱਚ ਤੇ ਦੋ ਫਾੜ ਹੋ ਚੁੱਕੇ ਨੇ, ਉਸ ਨੂੰ ਇਕੱਠੇ ਕਿਵੇਂ ਕਰਨਾ ਇਹ ਇੱਕ ਬਹੁਤ ਵੱਡੀ ਚੁਣੌਤੀ ਹੈ। ਕਿਉਂਕਿ ਰਾਜਨੀਤੀ ਦਾ ਮਤਲਬ ਇਹੀ ਹੁੰਦਾ ਹੈ ਕਿ ਲੋਕਾਂ ਦੇ ਮਨਾਂ ਨੂੰ ਕਿੱਦਾਂ ਆਪਸ ਦੇ ਵਿੱਚ ਮਿਲਾ ਕੇ ਰੱਖੀਏ, ਔਰ ਇਹੀ ਸਾਡੇ ਵੱਡੇ ਬਜ਼ੁਰਗਾਂ ਨੇ ਕੀਤਾ ਹੈ। ਉਹਨਾਂ ਦੀਆਂ ਸਿੱਖਿਆਵਾਂ ਇਹੀ ਨੇ ਕਿ ਜਦੋਂ ਸਾਰੇ ਲੋਕ ਜੁੜ ਕੇ ਬਹਿੰਦੇ ਨੇ, ਮਿਲ ਕੇ ਬਹਿੰਦੇ ਨੇ, ਚਾਹੇ ਪਰਿਵਾਰ ਹੋਵੇ, ਔਰ ਦੇਸ਼ ਇੱਕ ਵੱਡਾ ਪਰਿਵਾਰ ਹੈ, ਜਦੋਂ ਮਿਲ ਕੇ ਬਹੋਗੇ, ਜੁੜ ਕੇ ਬਹੋਗੇ, ਉਦੋਂ ਹੀ ਸਮੱਸਿਆ ਦਾ ਹੱਲ ਹੋਏਗਾ। ਜਦੋਂ ਆਪਸ ਦੇ ਵਿੱਚ ਵਿਖਰੇਵੇਂ ਹੋਣਗੇ ਤਾਂ ਪਰਿਵਾਰ ਟੁੱਟਦੇ ਨੇ। ਇਹਨੂੰ ਕਾਬੂ ਕਰਨਾ, ਇਹਨੂੰ ਕੰਟਰੋਲ ਕਰਨਾ ਤਾਂ ਕੇਂਦਰ ਦੇ ਹੱਥ ਹੈ, ਜਾਂ ਪੰਜਾਬ ਉੱਥੇ ਦੀ ਸਰਕਾਰ ਜਿਹੜੀ ਹੈ, ਪ੍ਰਾਂਤਕ ਸੂਬਾ ਸਰਕਾਰ ਹੈ, ਉਹਨਾਂ ਨੇ ਕਰਨਾ। ਉਹਨਾਂ ਕੋਲ ਜਿੰਨੀਆਂ ਫੋਰਸਾਂ ਹੈਗੀਆਂ ਉਹਨਾਂ ਨੂੰ ਕਿਉਂ ਨਹੀਂ ਹੁਕਮ ਦਿੰਦੇ ਆ ਕੇ? ਕਿਉਂ ਨਹੀਂ ਜਾਂ ਫਿਰ ਐਮਰਜੈਂਸੀ ਲਾ ਦੇਣ ਜਾਂ ਰਾਸ਼ਟਰਪਤੀ ਰਾਜ ਲਾਗੂ ਕਰ ਦੇਣ? ਇੱਥੇ ਤਾਂ ਪੰਜਾਬ ਵਿੱਚ ਮਾੜੀ ਜੀ ਹਿਲਜੁਲ ਹੁੰਦੀ ਤਾਂ ਕਹਿੰਦੇ ਰਾਸ਼ਟਰਪਤੀ ਰਾਜ ਲਾਗੂ ਹੋ ਸਕਦਾ, ਇਟ ਮੇ ਵੀ ਹੈ ਨਾ, ਜਦੋਂ ਮਰਜ਼ੀ ਕਰ ਸਕਦੇ ਆ। ਔਰ ਜੇ ਇਹਨਾਂ ਦੇ ਸੂਬਿਆਂ ਵਿੱਚ ਹੁੰਦੀ ਹੈ ਤਾਂ ਉੱਥੇ ਕਰ ਦੇਣਾ ਚਾਹੀਦਾ, ਸ਼ਾਂਤੀ ਤਾਂ ਹੋਵੇ ਕਿਸੇ ਤਰੀਕੇ ਨਾਲ। ਰਾਜ ਤਾਂ ਰਾਜ ਹੁੰਦਾ, ਉਹਨੂੰ ਤਾਂ ਚਲੋ ਜਦੋਂ ਵੀ ਹੈ, ਲੋਕ ਤਾਂ ਉਹੀ ਰਹਿਣੇ ਆ, ਸੂਬਾ ਉਹੀ ਰਹਿਣਾ, ਜ਼ਮੀਨ ਉਹੀ ਰਹਿਣੀ ਆ, ਜਿਹੜੀ ਸੋਵਰਨਿਟੀ ਹੈ, ਪ੍ਰਭੂਸੱਤਾ ਉਹੀ ਰਹਿਣੀ ਹੈ, ਕੁਛ ਨਹੀਂ ਬਦਲਦਾ। ਕੁਛ ਟਾਈਮ ਬੀਇੰਗ ਲਈ ਤਾਂ ਕੁਛ ਸ਼ਾਂਤੀ ਮਿਲੇ ਲੋਕਾਂ ਨੂੰ, ਉਦੋਂ ਬਾਅਦ ਫਿਰ ਪਰਮਾਨੈਂਟ ਹੋ ਸਕਦਾ, ਲੋਕ ਬਚ ਸਕਦੇ ਆ। ਔਰ ਜੇ ਇਹਨਾਂ ਨੇ ਇਸੇ ਤਰ੍ਹਾਂ ਸੰਦੇਸ਼ ਪੈਗਾਮ, ਜੇ ਉਸੇ ਤਰ੍ਹਾਂ ਦੀਆਂ ਗੱਲਾਂ ਹੋ ਗਈਆਂ, ਅਸੀਂ ਫੋਰਸਾਂ ਭੇਜਦੀਆਂ, ਉਹਦੇ ਨਾਲ ਕੁਛ ਨਹੀਂ ਬਣਦਾ। ਪ੍ਰੈਕਟੀਕਲ ਤੌਰ 'ਤੇ ਉੱਥੇ ਹੁੰਦਾ, ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ
ਤਾਂ ਕਰਕੇ ਹਿੰਸਕ ਘਟਨਾਵਾਂ ਤੇ ਕਾਬੂ ਪਾਇਆ ਜਾ ਸਕਦਾ। ਬਿਲਕੁਲ, ਔਰ ਨਾਲ ਮਨਾਂ ਨੂੰ ਬਦਲਣ ਵਾਸਤੇ ਸਾਈਕੋਲੋਜਿਸਟ ਆ ਜਾਂ ਧਾਰਮਿਕ ਗੁਰੂ ਬਿਲਕੁਲ ਜਾਂ ਇਦਾਂ ਦੇ ਲੋਕ ਜਿਹੜੇ ਵਾਕਈ ਅਸਲ ਰਸੂਖ ਵਾਲੇ ਹੋਣ, ਉਹ ਅੱਗੇ ਆਉਣ। ਉਹ ਅਸਲ ਰਸੂਖ ਵਾਲੇ ਬੰਦੇ ਮਨਾਂ ਨੂੰ ਪਰਿਵਰਤਨ ਕਰਨ ਔਰ ਮਨ ਨੂੰ ਸ਼ਾਂਤ ਕਰਨ, ਤਾਂ ਹੀ ਇਕੱਠੇ ਹੋ ਸਕਦੇ ਨੇ। ਫੋਰਸਾਂ ਇੱਕ ਹੱਦ ਤੱਕ ਕਾਮਯਾਬ ਹੋ ਸਕਦੀਆਂ ਨੇ, ਠੀਕ ਹੈ ਨਾ, ਫਿਜ਼ੀਕਲੀ ਕੰਟਰੋਲ ਕਰ ਸਕਦੀਆਂ ਨੇ, ਪਰ ਜਿਹੜੇ ਉਹਨਾਂ ਦੀ ਵਿਚਾਰਧਾਰਾ ਹੈ ਉਸ ਨੂੰ ਕਿੱਦਾਂ ਕੰਟਰੋਲ ਕੀਤਾ ਜਾਵੇ, ਇਹ ਬਹੁਤ ਜ਼ਿਆਦਾ ਜ਼ਰੂਰੀ ਗੱਲ ਹੈ। ਕਿਉਂਕਿ ਫੋਰਸ ਕਦੋਂ ਤੱਕ ਸਿਰ ਤੇ ਖੜੀ ਰਹੇਗੀ? ਹਾਂ ਜਦੋਂ ਜਾਏਗੀ ਵਾਪਸ ਫਿਰ ਕੋਈ ਘਟਨਾ ਹੋ ਸਕਦੀ ਹੈ। ਇਸ ਕਰਕੇ ਮਨਾਂ ਨੂੰ ਕਿੱਦਾਂ ਬਦਲਣਾ ਹੈ, ਟਰਾਂਸਫੋਰਮੇਸ਼ਨ ਕਿਵੇਂ ਕਰਨੀ ਹੈ, ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਾ ਹੈ ਇਸ ਵਿਸ਼ੇ ਦੇ ਵਿੱਚ। ਬਲਕਿ ਪੂਰੀ ਦੁਨੀਆ ਨੂੰ ਹੀ ਟਰਾਂਸਫੋਰਮੇਸ਼ਨ ਦੀ ਜ਼ਰੂਰਤ ਹੈ, ਪੂਰੇ ਪੰਜਾਬ ਨੂੰ, ਭਾਰਤ ਨੂੰ, ਪੂਰੀ ਦੁਨੀਆ ਨੂੰ ਜ਼ਰੂਰਤ ਹੈ। ਕਿਉਂਕਿ ਵਿਚਾਰਾਂ ਦਾ ਟਕਰਾਓ ਜਿਹੜਾ ਹੈ ਨਾ, ਉਹੀ ਬਾਅਦ ਵਿੱਚ ਫਿਜ਼ੀਕਲ ਟਕਰਾਓ ਦੇ ਵਿੱਚ ਬਦਲ ਜਾਂਦਾ ਹੈ। ਸੋ ਆਪਾਂ ਅੱਗੇ ਚੱਲੀਏ। ਜ਼ਰੂਰ। ਅੱਗੇ ਹੈ ਜੀ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫਤਾਰੀ। ਇਹ ਬਹੁਤ ਵੱਡਾ ਇਸ਼ੂ ਬਣ ਚੁੱਕਾ ਹੈ। NDPS ਐਕਟ ਦੇ ਅਧੀਨ ਹੋਇਆ ਹੈ, ਪਹਿਲਾਂ 2015 ਦੇ ਵਿੱਚ ਹੋਇਆ ਸੀ ਔਰ ਉਸ ਤੋਂ ਬਾਅਦ ਕਲੀਨ ਚਿੱਟ ਮਿਲੀ ਸੁਪਰੀਮ ਕੋਰਟ ਤੋਂ, ਕਿਉਂਕਿ ਉਹਨਾਂ ਦੇ ਖਿਲਾਫ ਕੋਈ ਗਵਾਹ, ਕੋਈ ਸਬੂਤ ਨਹੀਂ ਮਿਲੇ। ਹੁਣ ਕਹਿੰਦੇ ਨੇ ਨਵੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ, ਨਵੇਂ ਸਬੂਤ ਮਿਲੇ ਨੇ, ਇਸ ਕਰਕੇ ਉਹਨਾਂ ਨੂੰ ਅਰੈਸਟ ਕਰ ਲਿਆ 2 ਦਿਨ ਪਹਿਲਾਂ। ਸਵੇਰੇ 6 ਵਜੇ ਤੋਂ ਕਰੀਬ ਉਹਨਾਂ ਨੂੰ ਉਹਨਾਂ ਦੇ ਘਰੋਂ ਚੰਡੀਗੜ੍ਹ ਦੀ ਰਿਹਾਇਸ਼ ਤੋਂ ਕੀਤਾ ਗਿਆ ਗ੍ਰਿਫਤਾਰ। ਤੇ ਖਹਿਰਾ ਸਾਹਿਬ ਕਹਿ ਰਹੇ ਨੇ ਕਿ ਇਹ ਆਮ ਆਦਮੀ ਪਾਰਟੀ ਆਪਣੀ ਰੰਜਿਸ਼ ਕੱਢਦੀ ਪਈ ਮੇਰੇ ਨਾਲ, ਕਿਉਂਕਿ ਮੈਂ ਉਹਨਾਂ ਦੇ ਖਿਲਾਫ ਬੋਲਦਾ, ਉਹਨਾਂ ਦੀਆਂ ਨੀਤੀਆਂ ਦੇ ਖਿਲਾਫ ਬੋਲਦਾ, ਪਰ ਮੈਂ ਪੰਜਾਬ ਦੇ ਤੇ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਬੋਲਦਾ। ਤੇ ਰਾਜਾ ਵੜਿੰਗ ਜਿਹੜੇ ਸੂਬਾ ਪ੍ਰਧਾਨ ਨੇ ਪੰਜਾਬ ਦੇ ਕਾਂਗਰਸ ਦੇ, ਉਹ ਕਹਿੰਦੇ ਨੇ ਕਿ ਮੈਂ ਚਟਾਨ ਵਾਕਨ ਖੜਾ ਰਵਾਂਗਾ ਖਹਿਰਾ ਸਾਹਿਬ ਦੇ ਨਾਲ ਔਰ ਆਪਣੇ ਸਾਰੇ ਕਾਰਕੁਨਾਂ ਦੇ ਨਾਲ ਜਿਹੜੇ ਕਾਂਗਰਸ ਨੂੰ ਬਿਲੋਂਗ ਕਰਦੇ ਨੇ, ਆਪਣੇ ਸਾਰੇ ਵਰਕਰਸ ਦੇ ਨਾਲ। ਸੋ ਇਹ ਕਿ ਬਹੁਤ ਜਦੋਜਹਿਦ ਦਾ ਵਿਸ਼ਾ ਬਣਿਆ ਹੋਇਆ। ਇਹ ਜਿਹੜਾ ਕੇਸ ਇਹਨਾਂ ਦਾ 8 ਸਾਲ ਪੁਰਾਣਾ ਔਰ ਉਹਦੇ ਵਿੱਚ ਮਨੀ ਲੈਂਡਰਿੰਗ ਆ ਔਰ ਉਹ 'ਚ ਨਸ਼ਿਆਂ ਨਾਲ ਵੀ ਹੈ ਰਿਲੇਟਡ। ਔਰ ਉਹ ਕੱਲ ਉਹਨਾਂ ਨੇ 6 ਵਜੇ ਜਾ ਕੇ ਦੰਬਸ਼ ਦਿੱਤੀ ਇਹਨਾਂ ਦੇ ਰੈਜ਼ੀਡੈਂਸ ਚੰਡੀਗੜ੍ਹ ਜੀ। ਔਰ ਉਹਨਾਂ ਨੂੰ ਇਹ ਸੁਖਪਾਲ ਖਹਿਰਾ ਜੀ ਪੁਲਿਸ ਨੂੰ ਵੇਖ ਕੇ ਬੜੇ ਹੈਰਾਨ ਹੋਏ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਮਾੜਾ ਮੋਟਾ ਦੱਸ ਦਿਓ ਕਿਹੜਾ ਕੇਸ ਹੈ, ਮੇਰੇ ਘਰ ਵਿੱਚ ਆ ਗਏ ਜੇ, ਜਦੋਂ ਮੇਰੀ ਡਾਟਰ ਇਨ ਲਾ ਇੱਥੇ ਆ, ਮੇਰੀ ਵਾਈਫ ਆ, ਮੇਰੇ ਬੱਚੇ ਆ, ਤੁਸੀਂ ਬੈੱਡਰੂਮ 'ਚ ਆਲੇ ਦੁਆਲੇ ਘੁੰਮ ਰਹੇ ਜੇ ਔਰ ਇਹ ਇਸ ਤਰ੍ਹਾਂ ਪੁਲਿਸ ਨਹੀਂ ਆਉਂਦੀ, ਮੇਰੇ ਵਾਰੰਟ ਦਿਖਾਓ, ਮੇਰੇ ਆਰਡਰ ਦਿਖਾਓ। ਉਹਨਾਂ ਕਿਹਾ ਆਰਡਰ ਆ ਪੁਲਿਸ ਵੱਲੋਂ। ਅਸੀਂ DSP ਸਾਹਿਬ ਕੋਲ ਗਏ ਸੀ ਜਲਾਲਾਬਾਦ ਤੋਂ। ਜਲਾਲਾਬਾਦ ਪੁਲਿਸ ਦੀ ਜਿਹੜੀ ਫੋਰਸ ਸੀ ਉਹ ਗਈ ਲੈਣ ਇਹਨਾਂ ਨੂੰ ਔਰ ਉਹਨਾਂ ਨੇ ਉਦੋਂ ਇਹਨਾਂ ਨੂੰ ਨਰੜ ਕੇ ਗੱਡੀ 'ਚ ਲੈਣ ਦਾ, ਫਿਰ ਲਿਆ ਕੇ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ, ਜਲਾਲਾਬਾਦ ਕੋਰਟ ਦੇ ਵਿੱਚ ਪੇਸ਼ ਕੀਤਾ। ਉੱਥੇ ਇਹਨਾਂ ਨੂੰ ਰਿਮਾਂਡ ਉਹਨਾਂ ਨੇ 7 ਦਿਨ ਦਾ ਮੰਗਿਆ, ਇਹਨਾਂ ਨੂੰ 2 ਦਿਨ ਦਾ ਰਿਮਾਂਡ ਮਿਲਿਆ। ਹੁਣ ਹੀ ਇਜ਼ ਅੰਡਰ ਜੁਡੀਸ਼ੀਅਲ ਰਿਮਾਂਡ। ਹੁਣ ਰਿਮਾਂਡ ਦੇ ਅੰਡਰ ਹੈਗੇ, ਉਹਨਾਂ ਨੂੰ ਪੁੱਛਿਆ ਜਾਣਾ ਕਿ ਕੀ ਕੁਛ ਕੀਤਾ ਔਰ ਉਹਨਾਂ ਨੇ ਕਿਹਾ ਕਿ ਇਹ ਆਪ ਸਰਕਾਰ ਨੇ ਕਿਹਾ ਕਿ ਜਿਹੜੇ ਉਹਨਾਂ ਕੋਲ ਪੁਲਿਸ ਕੋਲ ਸਬੂਤ ਹੈ, ਸਬੂਤਾਂ ਦੇ ਆਧਾਰ ਤੇ ਲਿਆ। ਜਦੋਂ ਕਿ ਤੁਸੀਂ ਦੱਸਿਆ ਕਿ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਖਾਰਜ ਕਰਤਾ ਸੀ ਉਹਨਾਂ ਨੇ ਔਰ ਉਦੋਂ ਬਾਅਦ ਜਿਹੜਾ ਇਹ ਸਾਰਾ ਕੇਸ ਗਿਆ ਔਰ ਆਪ ਸਰਕਾਰ ਨੇ ਵੀ ਜਦੋਂ ਹੋਈ ਆ, ਭਗਵੰਤ ਮਾਨ ਜੀ ਖੁਦ ਬੋਲ ਰਹੇ ਆ ਕਿ ਇਹਦੇ ਵਿੱਚ ਇਹਨਾਂ ਦਾ ਜੋ ਵੀ ਹੈ ਫੈਸਲਾ ਬਿਲਕੁਲ ਕਲੀਅਰ ਹੋ ਗਿਆ, ਇਹਦੇ ਵਿੱਚ ਕੋਈ ਇਹਨਾਂ 'ਤੇ ਕੋਈ ਦੂਸ਼ਣ ਨਹੀਂ ਲੱਗਿਆ, ਕੁਛ ਨਹੀਂ ਹੈਗਾ ਔਰ ਇਹ ਆਰਾਮ ਨਾਲ ਆਪਣੇ ਘਰ 'ਚ ਆ ਗਏ ਉਸ ਸਮੇਂ 15 'ਚ। ਉਦੋਂ ਬਾਅਦ ਇਹ ਸਾਰਾ ਕੁਛ ਹੈ। ਇਹ ਜਿਸ ਤਰ੍ਹਾਂ ਨਵਜੋਤ ਸਿੱਧੂ ਦਾ ਵੀ 25 ਸਾਲ ਬਾਅਦ ਕੇਸ ਆਉਂਦਾ ਆ ਗਿਆ। ਕਈ ਵਾਰੀ ਕੋਰਟ 'ਚ ਜਿਹੜੀ ਇਨਕੁਆਇਰੀ ਚੱਲਦੀ ਰਹਿੰਦੀ ਹੈ ਬੜਾ, ਉਹ ਵੀ ਬਾਅਦ 'ਚ ਸਾਲ ਦੀ ਜਿਹੜੀ ਉਹਨਾਂ ਨੂੰ ਸਜ਼ਾ ਹੋਈ ਹੈ, ਪਟਿਆਲੇ ਅਰੈਸਟ ਹੋ ਗਏ ਸੀਗੇ। ਔਰ ਇਸੇ ਤਰ੍ਹਾਂ ਹੀ ਹੁਣ ਮਨਪ੍ਰੀਤ ਬਾਦਲ ਦੇ ਪਿੱਛੇ ਲੱਗੀ ਹੈ ਵਿਜੀਲੈਂਸ। ਕੁਛ ਨਾ ਕੁਛ ਤਾਂ ਸਮਥਿੰਗ ਇਜ਼ ਰੋਂਗ, ਕੁਛ ਨਾ ਕੁਛ ਤਾਂ ਹੈ। ਪੁਲਿਸ ਐਵੇਂ ਤਾਂ ਆਉਂਦੀ ਨਹੀਂ, ਜੋ ਕੁਛ ਵੀ ਹੁੰਦਾ ਹੈ। ਫਿਰ ਇਹ ਜਿਹੜੇ ਸਾਡੇ ਨੇਤਾ ਨੇ ਫਿਰ ਉਹ ਸਰਕਾਰ, ਮੌਜੂਦਾ ਸਰਕਾਰ 'ਤੇ ਬਲੇਮ ਕਰ ਦਿੰਦੇ ਆ ਕਿ ਉਹਨਾਂ ਵੱਲੋਂ ਬਦਲਾਖੋਰੀ ਦਾ ਇਹ ਨਤੀਜਾ ਹੈਗਾ, ਜਿਸ 'ਚ ਭਰਤਿੰਦਰ ਚਾਹਲ ਜਿਹੜੇ ਐਡਵਾਈਜ਼ਰ ਹੈ ਕੈਪਟਨ ਸਾਹਿਬ ਦੇ, ਉਹਨਾਂ 'ਤੇ ਵੀ ਵਿਜੀਲੈਂਸ ਨੇ ਉਹਨਾਂ ਦੇ ਘਰ ਰੇਡ ਕੀਤਾ ਸੀ, ਉਹ ਉੱਥੇ ਦੌੜ ਗਿਆ। ਪਹਿਲੀ ਗੱਲ ਹੈ, ਜਦੋਂ ਇਹ ਬੰਦਾ ਜਿਹੜਾ ਸੱਚਾ ਉਹਦਾ ਦੌੜਦਾ ਹੀ ਨਹੀਂ ਹੈਗਾ। ਜਿਹੜਾ ਬੰਦਾ ਗਲਤ ਹੈਗਾ ਸਾਰਾ ਕੁਝ ਦੌੜ ਕੇ ਮੁੜ ਕੇ ਜ਼ਮਾਨਤ ਕਰਾਉਂਦਾ ਜੁਡੀਸ਼ੀਅਲ ਤੋਂ ਬਾਅਦ ਜ਼ਮਾਨਤ ਹੁੰਦੀ ਨੇ ਜਾਂ ਨਹੀਂ ਹੁੰਦੀ, ਉਹ ਕੋਰਟ ਨੇ ਵੇਖਣਾ ਹੈਗਾ। ਇਸੇ ਤਰ੍ਹਾਂ ਢਿੱਲੋਂ ਬ੍ਰਦਰ ਦੇ ਵਿੱਚ ਪੁਲਿਸ ਨੇ ਜਿਹੜਾ ਉਹਨਾਂ ਨੂੰ ਮੁੰਡਿਆਂ ਨੂੰ ਇਹਨਾਂ ਟਾਰਚਰ ਕੀਤਾ, ਮਾਨਸਿਕ ਤੌਰ ਤੇ ਪੀੜਿਤ ਕੀਤਾ, ਉਹ ਤਿੰਨੇ ਜਿਹੜੇ ਉਹ ਭਗੌੜੇ ਨੇ। ਪੁਲਿਸ ਕੋ ਅਜੇ ਤੱਕ ਮਹੀਨਾ ਹੋ ਗਿਆ ਉਹ ਫੜੇ ਨਹੀਂ ਗਏ। ਇਹ ਵੀ ਦੇਖੋ ਪੁਲਿਸ ਦੀ ਕੀ ਹੈਗੇ, ਲੀਡਰ ਨੂੰ ਜਾ ਕੇ ਘਰੇ ਜਾ ਕੇ ਪੈ ਜਾਂਦੇ ਆ। ਜਿਹੜਾ ਮੁੰਡਾ SHO ਸੀਗਾ ਨਵਦੀਪ ਸਿੰਘ, ਅਜੇ ਤੱਕ ਪਤਾ ਨਹੀਂ ਕਿੱਥੇ ਚਲੇ ਗਿਆ। ਉਦੋਂ ਬਾਅਦ ਉਹ ਕੁੜੀ ਸੀ ਜਿਹੜੀ ਕੰਸਟੇਬਲ, ਸੀਨੀਅਰ ਕੰਸਟੇਬਲ ਜਗਜੀਤ ਕੌਰ, ਉਹ ਨਹੀਂ ਫੜੇ ਗਏ। ਔਰ ਬਲਵਿੰਦਰ ਕੁਮਾਰ ਉਹਨਾਂ ਦੇ ਜਿਹੜੇ ASI ਥਾਣੇਦਾਰ ਨੇ, ਸਬ ਇੰਸਪੈਕਟਰ, ਉਹ ਨਹੀਂ ਫੜੇ ਗਏ। ਔਰ ਇਹ ਦੇਖੋ ਕਈ ਵਾਰੀ ਤਾਂ ਇੰਨਾ ਭੱਬਲ ਭੂਸੇ 'ਚ ਪਾਉਂਦੇ ਸਾਰਿਆਂ ਨੂੰ। ਔਰ ਉਹਨਾਂ ਨੇ ਜ਼ਮਾਨਤਾਂ ਕੀਤੀਆਂ। ਹੁਣ ਜਗਜੀਤ ਕੌਰ ਦੀ ਜ਼ਮਾਨਤ ਜੇ ਸੁਣਵਾਈ ਹੋਣੀ ਆ ਉਹਦੇ ਤੋਂ ਮੋਹਾਲੀ ਜੇਲ੍ਹ ਜਾਂ ਜਿਹੜੀ ਵੀ ਪੰਜਾਬ ਦੀ ਜੇਲ੍ਹ ਹੈਗੀ ਇਹਦੇ 'ਚ ਜੁਡੀਸ਼ਰੀ ਹੈਗੀ ਹੈ। ਔਰ ਉਹਨਾਂ ਨੂੰ ਨਵਦੀਪ ਸਿੰਘ ਦੀ ਜਿਹੜੀ ਆ ਰੱਦ ਹੋ ਗਈ ਸੀ ਉਹਨਾਂ ਦੀ ਜ਼ਮਾਨਤ, ਉਹ ਉਹਨਾਂ ਨੇ ਕੈਂਸਲ ਕਰ ਦਿੱਤੀ ਹੈ। ਇਹ ਤਾਂ ਹੈਗਾ, ਪੁਲਿਸ ਨੂੰ ਇਹ ਨਹੀਂ ਪਤਾ ਲੱਗਦਾ ਕਿਤੇ। ਫਿਰ ਇਹ ਕਹਿੰਦੇ ਕੈਨੇਡਾ 'ਚ ਜਿਹੜੇ ਅੱਤਵਾਦੀ ਪਹੁੰਚ ਗਏ ਨੇ, ਉਹਨਾਂ ਨੂੰ ਅਸੀਂ ਫੜਨਾ ਹੈਗਾ। ਤੁਹਾਡੇ ਕੋਲ ਆਪਣੇ ਬੰਦੇ ਨਹੀਂ ਫੜੇ ਜਾਂਦੇ, ਜਿੱਥੇ ਤੋਂ ਭਗੌੜੇ ਹੋ ਜਾਂਦੇ, ਭੱਜ ਜਾਂਦੇ ਆ, ਤੁਸੀਂ ਉਦੋਂ ਸੁੱਤੇ ਹੁੰਦੇ ਜੇ, ਕੀ ਕਰਦੇ ਜੇ? ਹੁਣ 3 ਬੰਦੇ ਅਜੇ ਤੱਕ ਨਹੀਂ ਫੜੇ ਗਏ ਨਾ ਕੋਲ।
ਔਰ ਉਦੋਂ ਬਾਅਦ ਫਿਰ ਕਹਿੰਦੇ ਫਿਰ ਗੋਲਡੀ ਬਰਾੜ ਉੱਥੇ ਭੱਜ ਗਿਆ, ਉੱਥੇ ਲਖਬੀਰ ਲੰਡਾ ਭੱਜ ਗਿਆ, ਉਹ ਫਲਾਣਾ ਭੱਜ ਗਿਆ, ਨਿੱਜਰ ਜੀ ਉੱਥੇ ਚਲੇ ਗਿਆ। ਇੱਥੋਂ ਹੀ ਜਾਂਦੇ, ਪੰਜਾਬ 'ਚੋਂ ਜਾਂਦੇ ਆ, ਵਾਇਆ ਨੇਪਾਲ ਜਾਂਦੇ ਆ। ਇਹ ਇੱਥੋਂ ਤਾਂ ਜਹਾਜ਼ ਘਰੋਂ ਤਾਂ ਨਹੀਂ ਚੜ੍ਹਦਾ ਇਹਨਾਂ ਦੇ। ਕੀ ਕਰਦੀ ਸਾਡੀ ਖੁਫੀਆ ਏਜੰਸੀ ਹੈ, ਕੀ ਕਰਦੀ ਪੰਜਾਬ ਪੁਲਿਸ? ਔਰ ਉਹ ਤਿੰਨ ਮੁੰਡੇ, ਤਿੰਨ ਜਿਹੜੇ ਹੈਗੇ ਅਧਿਕਾਰੀ, ਅਜੇ ਤੱਕ ਨਹੀਂ ਫੜੇ ਗਏ। ਔਰ ਉਹਨਾਂ ਦੇ ਘਰ ਦੇ ਚਿਰਾਗ ਬੁੱਝ ਗਏ ਆ। ਢਿੱਲੋਂ ਬ੍ਰਦਰਜ਼ ਜਿਹੜੇ ਆ ਦੋਵੇਂ ਮਾਰੇ ਗਏ। ਔਰ ਉਹ ਹੁਣ ਮਾਂ ਪਿਓ ਨਾ ਜੀਂਦੇ ਨਾ ਮਰਦੇ ਕਿਸੇ ਪਾਸੇ। ਇਸੇ ਤਰ੍ਹਾਂ ਹੀ ਜਿਹੜਾ ਆਪਣੇ ਸਿੱਧੂ ਮੂਸੇਵਾਲੇ ਦਾ ਕੇਸ ਹੋਇਆ ਸੀ, ਮਾਂ ਪਿਓ ਅਜੇ ਰੋਂਦੇ ਨੇ, ਕਰਲਾਉਂਦੇ ਨੇ, ਅਜੇ ਤੱਕ ਕੋਈ ਨਹੀਂ ਫੜਿਆ ਗਿਆ। ਔਰ ਪੁਲਿਸ ਦੀ ਇਹ ਜਿਹੜੀ ਨੀਤੀ ਹੈ ਅਜੇ ਤੱਕ ਸਮਝ ਨਹੀਂ ਆ ਰਹੀ ਹੈ ਕੀ ਕਰ ਰਹੀ ਹੈ। ਹੁਣੇ ਉਹ ਵੀ ਕੰਮ ਹੋਇਆ ਸੀ ਜਿਹੜਾ ਅਸੀਂ ਮੁਕਤਸਰ ਦੀ ਗੱਲ ਕਰ ਰਹੇ ਹਾਂ, ਵਕਾਲਤ ਦੇ ਜਿਹੜੇ ਵਕੀਲ, ਉਹਨਾਂ ਨੂੰ ਕਿੰਨਾ ਤਸ਼ੱਦਦ, ਕਿੰਨਾ ਟੌਰਚਰ ਕੀਤਾ। ਹੁਣ ਉਹ ਵੀ ਆਪਾਂ ਡਿਸਕਸ ਕਰਾਂਗੇ। ਇਹ ਹੈ ਪੰਜਾਬ ਦੀ ਸਾਰੀ ਹਾਲਤ। ਫਿਰ ਇਹ ਕਹਿੰਦੇ ਨੇ ਕਿ ਸਰਕਾਰ ਮਾੜੀ ਹੈਗੀ। ਸਰਕਾਰ ਮਾੜੀ ਨਹੀਂ, ਲੋਕ ਵੀ ਮਾੜੇ ਹੈਗੇ ਆ, ਪੁਲਿਸ ਵੀ ਮਾੜੀ ਹੈਗੀ ਹੈ। ਤਿੰਨਾਂ ਧਿਰਾਂ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ। ਤਦੇ ਕਰਕੇ ਸਾਰੇ ਲੋਕਾਂ ਦੀ ਜਿਹੜੀ ਮਾਨਸਿਕ ਚਿੰਤਾ ਦਿਨੋਂ ਦਿਨ ਵੱਧ ਰਹੀ। ਬਿਲਕੁਲ। ਔਰ ਤੁਸੀਂ ਤਸ਼ੱਦਦ ਦੀ ਗੱਲ ਕੀਤੀ, ਜਿਹੜਾ ਵਕੀਲਾਂ ਉੱਤੇ ਕੀਤਾ ਜਾ ਰਿਹਾ ਹੈ, ਉਹਦੇ 'ਚ ਐਸਪੀਬੀ ਨੇ, ਡੀਐਸਪੀਬੀ ਨੇ। ਸੋ ਮੁਕਤਸਰ ਦੇ ਵਿੱਚ ਇਹ ਹੋ ਰਿਹਾ, ਉਸ ਮਾਮਲੇ ਨੂੰ ਵੀ ਡਿਸਕਸ ਕਰ ਲੈਂਦੇ ਹਾਂ ਕਿ ਵਕੀਲਾਂ ਦੇ ਨਾਲ ਕੀ ਗੱਲਬਾਤ ਹੋ ਰਹੀ ਹੈ। ਗ੍ਰਿਫਤਾਰੀਆਂ ਤੱਕ ਦੀ ਗੱਲ ਪਹੁੰਚ ਚੁੱਕੀ ਹੈ। ਹਾਂ, ਉਹ ਵਕੀਲ ਤੇ ਜਿਹੜਾ 3 ਡਿਗਰੀ ਟੌਰਚਰ ਕੀਤਾ ਉਹਨਾਂ ਨੇ, ਬਹੁਤ ਤਸ਼ੱਦਦ ਕੀਤਾ ਉਹਨਾਂ 'ਤੇ। ਫਿਰ ਜਦੋਂ ਵਕੀਲਾਂ ਨੂੰ ਪਤਾ ਲੱਗਾ, ਉਹ ਲਾਅ ਨੂੰ ਜਾਣਦੇ ਆ, ਉਹਨਾਂ ਨੂੰ ਪਤਾ ਕਿਹੜੀ ਧਾਰਾ ਲਾਈ ਆ, ਉਹਨਾਂ ਦੀ ਬਾਰ ਐਸੋਸੀਏਸ਼ਨ ਆ, ਉਹ 'ਚ ਹੜਤਾਲ ਸ਼ੁਰੂ ਹੋ ਗਈ। ਔਰ ਉਹ 'ਚ ਸਾਰੇ ਪਾਸੇ ਜਿਹੜੀ ਆ ਟ੍ਰੈਫਿਕ ਜਾਮ ਹੋ ਗਈ। ਔਰ ਮੁਕਤਸਰ ਏਰੀਆ, ਮੋਹਾਲੀ ਔਰ ਪੂਰੇ ਪੰਜਾਬ 'ਚ ਜਿੱਥੇ ਇੱਥੇ ਵਕੀਲ ਬੈਠੇ ਜੀ, ਜਿੱਥੇ ਇੱਥੇ ਲਾਇਰ ਬੈਠੇ ਨੇ, ਐਡਵੋਕੇਟ, ਉਹਨਾਂ ਨੇ ਸਾਰਿਆਂ ਨੇ ਪੰਜਾਬ ਦੀ ਸਾਰੀ ਸਿਆਸਤ ਨੂੰ ਝੰਜੋੜਿਆ ਕਿ ਆਹ ਦੇਖੋ ਬੰਦਾ ਸਾਡਾ ਕਿਸ ਤਰ੍ਹਾਂ ਮਾਰਿਆ, ਤੁਹਾਡੇ ਰਾਜ ਵਿੱਚ ਆਹ ਹੋ ਰਿਹਾ। ਔਰ ਉਹ ਕਹਿਣਗੇ ਤਾਂ ਭਗਵੰਤ ਮਾਨ ਨੂੰ ਹੀ। ਉਹਨਾਂ ਨੇ ਫੌਰੀ ਤੌਰ 'ਤੇ ਮੀਟਿੰਗ ਸੱਦੀ, ਸਾਰਾ ਕੁਝ ਕੀਤਾ। ਇਮੀਡੀਏਟਲੀ ਉੱਥੋਂ ਦੇ ਹਰਮਨਵੀਰ ਗਿੱਲ ਐਸਐਸਪੀ ਔਰ ਟ੍ਰਾਂਸਫਰ ਕਰ ਦਿੱਤਾ ਉਹਨਾਂ ਨੂੰ। ਉੱਥੋਂ ਦੇ ਡੀਆਈਜੀ ਜਿਹੜੇ ਨੇ ਉਹਨਾਂ ਨੂੰ ਟ੍ਰਾਂਸਫਰ ਕਰ ਦਿੱਤਾ। ਔਰ ਜਿਹੜੇ 3 ਬੰਦੇ ਨੇ, ਜਿਨ੍ਹਾਂ ਦੇ ਵਿੱਚ ਐਸਐਚਓ ਆ, ਡੀਐਸਪੀ ਆ, ਔਰ ਉਹਦੇ ਵਿੱਚ ਕੋਈ ਹੋਰ ਵੀ ਇੰਸਪੈਕਟਰ ਆ, ਉਹਨਾਂ ਨੂੰ ਅਰੈਸਟ ਕਰ ਲਿਆ। ਉਹਨਾਂ 'ਤੇ ਰਿਮਾਂਡ ਹੋ ਰਿਹਾ। ਉਹਨਾਂ ਨੂੰ 4 ਦਿਨ ਦਾ ਰਿਮਾਂਡ ਮਿਲ ਗਿਆ। ਔਰ ਰਿਮਾਂਡ ਦੇ ਵਿੱਚ ਕੀ ਕੁਛ ਹੁੰਦਾ, ਫਿਰ ਤਾਂ ਅੱਗੇ ਜੁਡੀਸ਼ਰੀ ਪੈਂਦੀ ਹੈ, ਕੀ ਕੁਛ ਹੁੰਦਾ। ਇਹੀ ਗੱਲਾਂ ਦੇਖੋ। ਔਰ ਵਕੀਲ ਨੂੰ, ਜਿਨ੍ਹਾਂ ਨੇ ਲੋਕਾਂ ਦੀ ਪੈਰਵਾਈ ਕਰਨੀ ਹੈ, ਕੇਸਾਂ ਨੂੰ, ਲੋਕਾਂ ਦੇ ਨੂੰ ਜੁਡੀਸ਼ਰੀ 'ਚ ਲੈ ਕੇ ਜਾਣਾ, ਅਦਾਲਤ 'ਚ, ਉਹਨਾਂ ਨੂੰ ਮਾਰਿਆ, ਉਹਨਾਂ ਨੂੰ ਕੁੱਟਿਆ। ਉਹ ਭਲਿਓ ਮਾਨਸੋ, ਇਹਨਾਂ ਨੂੰ ਕੋਰਟ 'ਚ ਲੈ ਕੇ ਜਾਓ, ਇਹਨਾਂ ਨੂੰ ਅੰਦਰ ਕਸਟਡੀ 'ਚ ਮਾਰਨ ਦਾ ਕੀ ਮਤਲਬ ਹੈ? ਇਹ ਸਾਰਾ ਕੁਝ ਪੁਲਿਸ ਤੁਹਾਡੇ ਹੱਥ ਹੀ ਹੈਗਾ। ਫਿਰ ਅਦਾਲਤਾਂ ਕਾਹਦੀਆਂ ਹੈਗੀਆਂ, ਲੋਕ ਅਦਾਲਤਾਂ ਕਾਹਦੀਆਂ ਹੈਗੀਆਂ, ਜੇ ਪੁਲਿਸ ਨੇ ਸਾਰਾ ਕੁਝ ਨਿਬੇੜਾ ਕਰਨਾ? ਉਹਨਾਂ ਦੀ ਕਸਟਡੀ 'ਚ ਮਾਰਿਆ ਗਿਆ, ਉੱਥੇ ਉਹਨਾਂ ਨੂੰ ਕੁੱਟਿਆ ਗਿਆ, ਉੱਥੇ ਉਹਨਾਂ ਨੂੰ ਟੌਰਚਰ ਕੀਤਾ ਗਿਆ, ਫਿਰ ਦੁਬਾਰਾ ਛੱਡਣਾ ਪਿਆ ਉਹਨਾਂ ਨੂੰ। ਜਿਹੜੀ ਧਾਰਾ ਲਾਈ ਹੈ, ਦੱਸੋ ਸਹੀ ਕੀ ਧਾਰਾ ਲਾਈ ਹੈ? ਇਹ ਜੱਜ ਨੇ ਕਰਨੀ ਹੈਗੀ ਧਾਰਾ ਇਹ ਲਾਉਂਦੇ ਇਹੀ FIR ਲੌਜ ਹੋ ਗਈ। ਉਹਨੂੰ ਜਿਹੜਾ ਤਬਦੀਸ਼ ਕਰਨਾ, ਇਨਕੁਆਇਰੀ ਕਰਨੀ ਆ, ਉਹਦੇ 'ਤੇ ਸਾਰਾ ਕੁਝ ਕਰਨਾ। ਫਿਰ ਇਹਨਾਂ ਨੇ ਭਗਵੰਤ ਮਾਨ ਜੀ ਨੇ ਸਿੱਟ ਬਣਾਈ ਹੈ, ਜਿਹੜੀ ਸਪੈਸ਼ਲ ਟਾਸਕ ਫੋਰਸ ਆ, ਉਹਨੇ ਸਾਰਾ ਕੁਝ ਜਿਹੜੀ ਕੱਢਿਆ ਉਹਦੇ ਵਿੱਚੋਂ ਵੀ ਆਹ ਕੁਛ ਹੈਗਾ, ਇਹਦੇ ਵਿੱਚ ਵਕੀਲ ਦਾ ਕੋਈ ਕਸੂਰ ਨਹੀਂ ਗਾ, ਪੁਲਿਸ ਦਾ ਹੈਗਾ। ਇਹ ਹਾਲਤ ਹੈਗੀ ਹੈ ਪੰਜਾਬ ਦੀ। ਫਿਰ ਅਸੀਂ ਕਹਿ ਦਿੰਦੇ ਹਾਂ ਮੌਜੂਦਾ ਸਰਕਾਰ ਮਾੜੀ ਆ। ਹੁਣ ਸਾਰਾ ਕੁਝ ਭਗਵੰਤ ਮਾਨ ਨੇ ਤਾਂ ਨਹੀਂ ਘਰੋਂ ਘਰ ਜਾ ਕੇ ਕਰਨਾ। ਜਾਂ ਜੇ ਲੋਕਾਂ ਨੂੰ ਟੌਰਚਰ ਕਰਨਾ ਹੋਏਗਾ ਪੁਲਿਸ ਨੇ, ਜਾਂ ਜਿਹੜੀ ਪਬਲਿਕ ਆ, ਜਾਂ ਵਕੀਲ ਆ, ਜਾਂ ਐਜੂਕੇਸ਼ਨ ਦੇ ਜਿਹੜੇ ਪੈਰੋਕਾਰ ਨੇ, ਅਧਿਆਪਕ ਆ, ਉਹਨਾਂ ਨੂੰ ਜੇ ਤੰਗ ਕਰਨਾ ਪਊਗਾ ਤਾਂ ਫਿਰ ਕਾਹਦੀ ਲੋਕਤੰਤਰ ਦਾ, ਕਾਹਦੀ ਸਰਕਾਰ ਹੈ, ਤਾਂ ਕਾਹਦੀ ਪੁਲਿਸ ਹੈਗੀ? ਇਹ ਗੱਲ ਉੱਥੇ ਹੋਈ ਹੈ ਮੁਕਤਸਰ ਦੇ ਵਿੱਚ। ਔਰ ਗੁਰੂ ਦੀ ਧਰਤੀ ਹੈ। ਔਰ 10ਵੇਂ ਪਾਤਸ਼ਾਹ ਜੀ ਨੇ ਉੱਥੇ ਬਹੁਤ ਕੁਝ ਉਪਦੇਸ਼ ਦਿੱਤੇ ਆ, ਬੜਾ ਕੁਝ ਕੀਤਾ। ਇਹਨਾਂ ਦੇ ਮਨਾਂ ਵਿੱਚ ਇਹ ਵੀ ਨਹੀਂ ਹੁੰਦਾ ਕਿ ਕਿਸ ਧਰਤੀ 'ਤੇ ਬਹਿ ਕੇ ਅਸੀਂ ਇਸ ਤਰ੍ਹਾਂ ਦੇ ਤਸ਼ੱਦਦ ਕਰ ਰਹੇ ਹਾਂ। ਅਸੀਂ ਮਨੀਪੁਰ ਦੀ ਅਤੇ ਇੰਫਾਲ ਦੀ ਗੱਲ ਕਰਨੇ, ਪੰਜਾਬ ਵਿੱਚ ਵੀ ਅੰਦਰ ਖਾਤੇ ਇੰਨਾ ਕੁਝ ਹੀ ਹੋ ਰਿਹਾ। ਜੇ ਉੱਥੇ ਭੈਣ ਭਰਾ ਨੂੰ ਮਾਰਿਆ ਜਾਂ ਉੱਥੇ ਨਿਰਵਸਤਰ ਕੀਤਾ, ਇੱਥੇ ਵੀ ਲੋਕਾਂ ਨੂੰ ਇੰਨਾ ਟੌਰਚਰ ਕੀਤਾ ਕਿ ਲੱਤ ਤੋੜ ਦਿੰਦੇ, ਕਿ ਬਾਂਹ ਤੋੜ ਦਿੰਦੇ ਆ। ਪੁਲਿਸ ਪੁੱਛਦੀ ਨਹੀਂ ਕੁਛ ਵੀ। ਕਸਟਡੀ 'ਚ ਲਿਆ ਕੇ ਉੱਥੇ ਉਹਨਾਂ 'ਤੇ 57 ਲਾਉਂਦੇ ਆ, ਇਸ ਤਰ੍ਹਾਂ ਦੇ ਮੁਕੱਦਮੇ ਦਾਇਰ ਕਰ ਦਿੰਦੇ ਆ। ਇਹ ਗੱਲ ਪਤਾ ਨਹੀਂ ਕਦੋਂ ਤੱਕ ਚੱਲੇਗੀ। ਐਜੂਕੇਸ਼ਨ ਇੰਨੀ ਵੱਧ ਗਈ ਹੈ, ਇੰਨੇ ਲੋਕ ਪੜ੍ਹੇ ਲਿਖੇ ਹੈਗੇ ਆ, ਸੰਵਿਧਾਨ ਦੇ ਲੋਕ ਜਾਣਕਾਰ ਨੇ ਸਾਰਾ। ਉਹਦੇ ਬਾਵਜੂਦ ਵੀ ਇੱਦਾਂ ਤਾਂ ਅੰਗਰੇਜ਼ ਵੀ ਨਹੀਂ ਸੀ ਕਰਦੇ, ਬ੍ਰਿਟਿਸ਼ ਗੌਰਮੈਂਟ ਵੀ ਨਹੀਂ ਸੀ ਇੱਦਾਂ ਕਰਦੀ ਲੋਕਾਂ ਨਾਲ ਵੀ ਇਹਨਾਂ 'ਤੇ ਇੱਦਾਂ ਦੇ ਜ਼ੁਲਮ ਹਟਾ ਦਿਓ। ਹੁਣ ਉਹੀ ਸਾਰਾ ਕੁਛ, ਇੰਨੀ ਕਰੂਅਲਟੀ ਹੈ, ਇੰਨੇ ਜ਼ੁਲਮ ਵੱਧ ਗਏ ਆ। ਲੋਕ ਇਸ ਜ਼ੁਲਮ ਦੇ ਵਿੱਚ ਕੀ ਜੀਣਾ ਅਤੇ ਕਿਸੇ ਨੇ ਕੀ ਕੰਮ ਕਰਨਾ। ਐਕਸਪਰਟਸ ਇਹ ਮੰਨਦੇ ਨੇ ਕਿ ਸਾਡੀ ਰਾਜਨੀਤੀ ਦੇ ਵਿੱਚ 40% ਦੇ ਕਰੀਬ ਉਹ ਲੋਕ ਨੇ ਜੋ ਰਾਜਨੇਤਾ ਬਣ ਚੁੱਕੇ ਨੇ, ਜਿਨ੍ਹਾਂ ਦੀ ਬੈਕਗ੍ਰਾਉਂਡ ਕ੍ਰਿਮੀਨਲ ਬੈਕਗ੍ਰਾਉਂਡ ਹੈ, ਜੋ ਚਾਰਜ ਸ਼ੀਟਰਸ ਨੇ, ਜਿਨ੍ਹਾਂ ਦੇ ਉੱਤੇ ਖਤਰਨਾਕ ਕੇਸ ਚੱਲਦੇ ਪਏ ਨੇ। ਉਹ 40% ਦੇ ਕਰੀਬ ਨੇ ਜਿਹੜੇ ਰਾਜਨੀਤੀ ਦੇ ਵਿੱਚ ਸਰਗਰਮ ਨੇ, ਐਕਟੀਵੇਟ ਨੇ, ਔਰ ਵੱਡੇ ਵੱਡੇ ਅਹੁਦਿਆਂ ਤੇ ਵੀ ਬੈਠੇ ਨੇ। ਹੁਣ ਜੋ ਇਦਾਂ ਦੀ ਪਿਛੋਕੜ ਤੋਂ ਆਏ ਹੋਣਗੇ, ਕ੍ਰਿਮੀਨਲ ਬੈਕਗ੍ਰਾਉਂਡ ਤੋਂ ਆਏ ਹੋਣਗੇ, ਉਹਨਾਂ ਦੀ ਸੋਚ ਕਿੱਦਾਂ ਦੀ ਹੋਏਗੀ? ਬਿਲਕੁਲ ਸੇਮ। ਔਰ ਉਸ ਸੋਚ ਦੇ ਨਾਲ ਉਹਨਾਂ ਨੇ ਸਾਰੀਆਂ ਏਜੰਸੀਆਂ ਨੂੰ ਆਪਣੇ ਲਈ ਇਸਤੇਮਾਲ ਕਰਨਾ, ਜਾਂ ਆਪਣੇ ਫਾਇਦੇ ਲਈ ਇਸਤੇਮਾਲ ਕਰਨਾ, ਜਾਂ ਆਪਣੇ ਹਿੱਤ ਲਈ ਇਸਤੇਮਾਲ ਕਰਨਾ, ਇਹ ਡਿਬੇਟ ਦਾ ਵਿਸ਼ਾ ਹੈ, ਪਰ ਉਹ ਇਸਤੇਮਾਲ ਜ਼ਰੂਰ ਕਰਦੇ ਨੇ। ਹੁਣ ਜਿਨ੍ਹਾਂ ਦੀ ਸੋਚ, ਜਿਨ੍ਹਾਂ ਦੀ ਬੈਕਗ੍ਰਾਉਂਡ ਕ੍ਰਿਮੀਨਲ ਹੈ, ਉਹਨਾਂ ਤੋਂ ਕੀ ਆਸ ਰੱਖ ਸਕਦੇ ਹਾਂ, ਕੀ ਉਮੀਦ ਰੱਖ ਸਕਦੇ ਹਾਂ? ਇਹ ਐਕਸਪਰਟਸ ਦਾ ਮੰਨਣਾ ਹੈ। ਬਿਲਕੁਲ। ਔਰ ਇਸ ਵਕਤ ਭਾਰਤ ਦੀ ਰਾਜਨੀਤੀ ਦੀ ਔਰ ਹੋਰ ਕਈ ਦੇਸ਼ਾਂ ਦੀ ਰਾਜਨੀਤੀ ਦਾ ਇਹ ਹਾਲ ਹੋ ਚੁੱਕਾ ਹੈ। ਸਹੀ ਗੱਲ।
ਵੈਸੇ ਇਹਦੇ ਵਿੱਚ ਹੈ ਨਾ ਕਿ ਆਪਾਂ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਸਫੀਅਰ ਖਿੱਤਾ ਨਹੀਂ ਬਚਿਆ ਜਿਹਦੇ ਵਿੱਚ ਇਹਨਾਂ ਨੇ ਤਸ਼ੱਦਦ ਨਾ ਉਠਾਏ ਹੋਣ। ਸਿਕਿਉਰਿਟੀ ਨੇ, ਖੁਫੀਆ ਏਜੰਸੀਆਂ ਨੇ, ਪੁਲਿਸ ਨੇ, ਔਰ ਉਹਦੇ ਵਿੱਚ ਜਿਹੜੀ ਤੁਸੀਂ ਦੱਸੇ ਲੀਡਰ ਨੇ, ਜਿਹੜੇ ਕ੍ਰਿਮੀਨਲ ਬੈਕਗਰਾਉਂਡ ਦੇ ਨੇ, ਉਹਨਾਂ ਨੇ ਜੋ ਕੁਝ ਕੀਤਾ ਹੈਗਾ ਓਵਰਆਲ ਪਾ ਲਾ ਕੇ ਜਿੱਥੇ ਹੈਗਾ ਸਵਾਤ ਰਸਾ ਸਿਰੇ 'ਤੇ ਗੰਢ ਵਾਲੀ ਗੱਲ ਹੈਗੀ ਆ ਕਿ ਆ ਪਾ ਲਾ ਕੇ ਪਬਲਿਕ, ਲੋਕ, ਵਸਨੀਕ, ਨਾਗਰਿਕ, ਬਜ਼ੁਰਗ ਉਹ ਸਾਰੇ ਤੰਗ ਹੁੰਦੇ ਆ ਜਿਹੜੇ ਪੰਜਾਬ ਦੇ ਵਸਿੰਦੇ ਨੇ। ਇਸੇ ਕਰਕੇ ਜਿਹੜੇ ਵੀ ਮਾਪੇ ਨੇ ਆਪਣੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ 'ਚ ਭੇਜਦੇ ਆ, ਪੜ੍ਹੋ, ਲਿਖੋ ਔਰ ਨੌਕਰੀਆਂ ਕਰੋ ਔਰ ਚੰਗੇ ਆਬਾ ਹਵਾ ਲਾਓ, ਤੰਦਰੁਸਤ ਰਹੋ, ਖਾਓ ਪੀਓ ਔਰ ਇਸ ਪੰਜਾਬ ਦੀ ਜਿਹੜੀ ਮਾੜੀ ਹਵਾ ਵਾ ਉਹ ਤੋਂ ਬਚੋ। ਇਹ ਹਵਾ ਵੀ ਹੁੰਦੇ ਨੇ ਜਿਹੜੀ ਕਤਲ ਕਰਨ ਵਾਲੀ ਹਵਾ, ਉਹ ਤੋਂ ਬਚੋ। ਔਰ ਨਸ਼ਿਆਂ ਨਾਲ ਗ੍ਰਸਤ ਹੋ ਗਿਆ, ਨਸ਼ੇ ਇੰਨੇ ਜ਼ਿਆਦਾ ਹੋ ਗਏ ਆ ਔਰ ਇਹਦੇ ਵਿੱਚ ਲੋਕ ਦਿਨ ਦਿਹਾੜੇ ਸਨੈਚਿੰਗ ਹੋ ਰਹੀ ਹੈ, ਦਿਨ ਦਿਹਾੜੇ ਤੁਹਾਡੇ ਘਰਾਂ 'ਚ ਆ ਕੇ ਪੈ ਜਾਂਦੇ ਆ। ਅਖਬਾਰ ਚੁੱਕ ਕੇ ਵੇਖੋ, ਤੁਸੀਂ ਵੀ ਚਾਹੇ ਕੋਈ ਚੈਨਲ ਲਾ ਕੇ ਵੇਖੋ, ਸਾਰੇ ਜ਼ਿਲ੍ਹਿਆਂ ਦੇ ਵਿੱਚ ਦਿਨ ਦਿਹਾੜੇ ਆ ਕੇ ਗਲਾ ਵੱਢ ਜਾਂਦੇ ਆ, ਲੱਤਾਂ ਤੋੜ ਜਾਂਦੇ ਆ, ਸਮਾਨ ਲੈ ਜਾਂਦੇ ਆ। ਇਹ ਸਾਰਾ ਕੁਝ ਕੀ ਹੋ ਰਿਹਾ ਔਰ ਇਹਨੂੰ ਕਿਉਂ ਨਹੀਂ ਕੰਟਰੋਲ ਹੋ ਰਿਹਾ? ਅਸੀਂ ਨਸ਼ੇ ਦੇ ਧਿਆਨ ਨੇ ਨਸ਼ੇ ਨੂੰ ਰੋਕਣ ਲਈ ਆਏਗਾ। ਔਰ ਮੁਕਤਸਰ ਦੀ ਗੱਲ ਕਰੀਏ, ਉੱਥੋਂ ਦੇ ਐਸਐਸਪੀ, ਉੱਥੋਂ ਦੇ ਸਾਰਿਆਂ ਨੇ ਪਹਿਲਾਂ ਨਸ਼ਾ ਰੋਕਣ ਦੀ ਮੁਹਿੰਮ ਕੰਪੇਨ ਸ਼ੁਰੂ ਕੀਤੀ ਸੀ। ਉਹਨੂੰ ਰੋਕਦੇ ਦਿਖਾਵਾ ਕੋਈ ਹੋਰ ਆ, ਕੱਲ੍ਹ ਕੋਈ ਕੰਮ ਹੋਰ ਹੋ ਗਿਆ। ਕੰਮ ਉਹਦੇ ਵਿੱਚ ਹੋ ਗਿਆ ਵੀ ਵਕੀਲ ਨੂੰ ਇੰਨਾ ਮਾਰਿਆ ਕੁੱਟਿਆ, ਇੰਨਾ ਕੁਝ ਕੀਤਾ ਹੈਗਾ। ਦੂਜੇ ਪਾਸੇ ਤੁਸੀਂ ਦੇਸ਼ ਸੇਵਾ ਦੀ ਗੱਲ ਕਰ ਰਹੇ ਜੇ, ਲੋਕਾਂ ਦੇ ਭਲੇ ਦੀ ਗੱਲ ਕਰ ਰਹੇ ਜੇ, ਤੀਜੇ ਪਾਸੇ ਤੁਸੀਂ ਲੋਕਾਂ ਨੂੰ ਮਾਨਸਿਕ ਤੌਰ ਤੇ ਪੀੜਿਤ ਕਰ ਰਹੇ ਜੇ। ਬਿਲਕੁਲ। ਔਰ ਸਾਡੇ ਜਿਹੜੇ ਮਾਹਿਰ ਨੇ ਨਾ, ਉਹ ਬੜੀ ਪੈਣੀ ਨਜ਼ਰ ਰੱਖਦੇ ਨੇ, ਬੜੀ ਡੀਪਲੀ ਜਾ ਕੇ ਡਿਸਕਸ਼ਨਸ ਕਰਦੇ ਨੇ ਔਰ ਉਹਨਾਂ ਦੀ ਡਿਸਕਸ਼ਨਸ ਦਾ ਨਤੀਜਾ ਇਹ ਨਿਕਲਦਾ ਹੈ ਕਿ ਸਾਰੇ ਖੇਤਰਾਂ ਦੇ ਵਿੱਚ, ਲਗਭਗ ਸਾਰੇ ਖੇਤਰਾਂ ਦੇ ਵਿੱਚ ਮਾਫੀਆ ਐਂਟਰ ਕਰ ਚੁੱਕਾ ਹੈ ਔਰ ਉਹ ਕਾਫੀ ਹੱਦ ਤੱਕ ਆਪਣਾ ਪ੍ਰਭਾਵ ਰੱਖਦਾ ਹੈ ਉਸ ਖੇਤਰ ਦੇ ਵਿੱਚ ਜਿੱਥੇ ਜਿੱਥੇ ਉਹ ਬੈਠਾ ਹੈ। ਔਰ ਉਹਦੇ ਨਤੀਜੇ ਵੀ ਇਹ ਆਉਂਦੇ ਨੇ ਕਿ ਤੁਸੀਂ ਹਰ ਵਕਤ ਦੇਖਦੇ ਹੋ ਕਰੂਐਲਿਟੀ, ਹਿੰਸਾ, ਹੈ ਨਾ, ਨਿਰਦਈ ਹਰ ਵਕਤ ਦੇਖਦੇ ਹੋ, ਕਿਉਂਕਿ ਬੈਕਗਰਾਉਂਡ ਇਹ ਹੈਗੀ ਆ। ਹਰ ਥਾਂ ਦੇ ਉੱਤੇ ਮਾਫੀਆ ਬੈਠਾ ਹੈ। ਇਹ ਐਕਸਪਰਟਸ ਐਨਾਲਿਸਿਸ ਕਰਦੇ ਨੇ ਤੇ ਉਹਨਾਂ ਨੂੰ ਇਹ ਨਤੀਜੇ ਮਿਲਦੇ ਨੇ। ਸੋ ਇਹ ਬੜਾ ਹੀ ਅਜੀਬ ਜਿਹਾ ਘਟਨਾਕ੍ਰਮ ਹੈ ਜੋ ਭਾਰਤ ਇਸ ਵਕਤ ਫੇਸ ਕਰਦਾ ਪਿਆ ਔਰ ਪੂਰੀ ਦੁਨੀਆ ਫੇਸ ਕਰਦੀ ਪਈ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਹਰ ਖੇਤਰ ਦੇ ਵਿੱਚ ਇਹ ਐਲੀਮੈਂਟਸ ਬੈਠੇ ਨੇ ਜਿਨ੍ਹਾਂ ਨੂੰ ਅਸੀਂ ਮਾਫੀਆ ਕਹਿੰਦੇ ਆ ਔਰ ਉਹਨਾਂ ਦਾ ਬਹੁਤ ਵੱਡਾ ਪ੍ਰਭਾਵ ਵੀ ਹੈ, ਦੇਖਣ ਨੂੰ ਮਿਲਦਾ ਹੈ। ਕਿਤੇ ਕਿਤੇ ਉਹਨਾਂ ਨੂੰ ਕੰਟਰੋਲ ਕਰ ਵੀ ਲਿੱਤਾ ਜਾਂਦਾ ਹੈ। ਐਸੇ ਬੰਦੇ ਬੈਠੇ ਨੇ ਜਿਹੜੇ ਕੰਟਰੋਲ ਕਰ ਲੈਂਦੇ ਨੇ ਔਰ ਉਹ ਕੰਟਰੋਲ ਕਰਦੇ ਵੀ ਨੇ, ਪਰ ਜਿੱਥੇ ਉਹਨਾਂ ਦੇ ਵੀ ਹੱਥ ਖੜੇ ਹੋ ਜਾਂਦੇ ਨੇ ਉੱਥੇ ਫਿਰ ਕਿਸੇ ਦੀ ਵਾਹ ਨਹੀਂ ਚੱਲਦੀ। ਸੋ ਇਹ ਸਮੱਸਿਆ ਬਹੁਤ ਤਗੜੀ ਪੈਦਾ ਹੋ ਚੁੱਕੀ ਹੈ ਪੂਰੀ ਦੁਨੀਆ ਦੇ ਵਿੱਚ। ਇਹ ਪੂਰੀ ਦੁਨੀਆ ਦੇ ਲੋਕ ਇਸ ਚੀਜ਼ ਨੂੰ ਫੇਸ ਕਰਦੇ ਪਏ ਨੇ। ਸੋ ਇੱਕ ਅਸੀਂ ਹੁਣ ਵਧੀਆ ਗੱਲ ਕਰੀਏ, ਸਾਡੀ ਹਰੀ ਕ੍ਰਾਂਤੀ ਪੰਜਾਬ ਦੇ ਵਿੱਚ ਆਈ ਜਦੋਂ ਬਹੁਤ ਜ਼ਿਆਦਾ ਮੁਸ਼ਕਿਲ ਪੈਦਾ ਹੋ ਗਈ ਸੀ, ਅੰਨ ਨੂੰ ਲੈ ਕੇ ਸਮੱਸਿਆ ਸੀ, ਅਸੀਂ ਬਾਹਰੋਂ ਅੰਨ ਅਸੀਂ ਮੰਗਵਾਉਂਦੇ ਸੀ ਔਰ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਲੱਭਿਆ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਜੋ ਹਰੀ ਕ੍ਰਾਂਤੀ ਆਈ ਹੈ। MS ਸਵਾਮੀਨਾਥਨ, ਇਹਨਾਂ ਨੇ ਇੱਕ ਇੱਦਾਂ ਦੀ ਕਣਕ ਪੈਦਾ ਕੀਤੀ ਜਿਹੜਾ ਹਾਈਟ ਵਿੱਚ ਛੋਟੀ ਸੀ ਪਰ ਉਹਦਾ ਝਾੜ ਬਹੁਤ ਜ਼ਿਆਦਾ ਹੁੰਦਾ ਸੀ। ਮੈਕਸੀਕਨ ਕਣਕ ਬਾਹਰੋਂ ਵੀ ਆਉਂਦੀ ਸੀ ਔਰ ਇੱਥੇ ਉਹਨਾਂ ਨੇ ਇੱਕ ਨਵਾਂ ਹਾਈਬ੍ਰਿਡ ਕਣਕ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਇਹਨਾਂ ਨੇ ਪੈਦਾ ਕੀਤੀ ਔਰ ਉਹਦਾ ਨਤੀਜਾ ਇਹ ਹੋਇਆ ਕਿ ਸਾਡੇ ਕੋਲ ਮੈਕਸਿਮਮ ਝਾੜ ਮਿਲਿਆ ਔਰ ਸਾਰੀ ਅੰਨ ਦੀ ਸਮੱਸਿਆ ਖਤਮ ਹੋਈ ਔਰ ਫੂਡ ਬਾਉਲ ਆਫ ਇੰਡੀਆ ਪੰਜਾਬ ਨੂੰ ਕਹਿਣ ਲੱਗ ਪਏ ਕਿ ਅੰਨ ਦਾ ਕਟੋਰਾ ਹੈ ਇਹ ਸੂਬਾ ਪੂਰੇ ਭਾਰਤ ਦੇ ਲਈ। ਉਹਨਾਂ ਦਾ ਦੇਹਾਂਤ ਹੋ ਗਿਆ ਹੈ ਜੋ ਸਾਇੰਟਿਸਟ ਨੇ, ਜੋ ਮਤਲਬ ਐਗਰੀਕਲਚਰ ਸਾਇੰਟਿਸਟ ਨੇ, ਖੇਤੀ ਵਿਗਿਆਨੀ MS ਸਵਾਮੀਨਾਥਨ। ਹਾਂ, ਇਹਨਾਂ ਦਾ ਦੇਹਾਂਤ ਹੁਣੇ ਹੋਇਆ ਔਰ ਉਹਦੇ ਵਿੱਚ ਇਹ ਗ੍ਰੀਨ ਰੈਵੋਲੂਸ਼ਨ ਦੇ ਫਾਊਂਡਰ ਨੇ ਜੀ। ਔਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ, ਪੰਜਾਬ ਵਿੱਚ ਅਨਾਜ ਦੀ ਘਾਟ ਰਹੀ ਹੈ ਔਰ ਕਾਲ ਵੀ ਪੈਂਦਾ ਰਿਹਾ, ਕਿਸੇ ਜ਼ਮਾਨੇ 'ਚ ਅਨਾਜ ਨਹੀਂ ਸੀ ਮਿਲਦਾ। ਉਸ ਪੂਰਤੀ ਨੂੰ ਇਹਨਾਂ ਨੇ ਕਰਨ ਲਈ ਇਹਨਾਂ ਨੇ ਜਿਹੜੇ ਬਰੀਡ ਜਿਹੜੇ ਨਵੀਂ ਅਨਾਜ ਨੇ ਜਾਂ ਜਿਹੜੇ ਨਵੇਂ ਖੇਤੀ ਸੰਦ ਸੀ ਉਹ ਆਜ਼ਾਦ ਕੀਤੇ ਔਰ ਉਸ ਤੋਂ ਇਲਾਵਾ ਇਹਨਾਂ ਨੇ ਬੀਜ ਐਸੇ ਲਿਆਂਦੇ ਜਿਹੜੇ ਹਾਈਬ੍ਰਿਡ ਸੀਗੇ, ਜਿਹਦੇ ਵਿੱਚ ਮੈਕਸੀਕਨ ਕਣਕ ਸੀਗੀ ਉਹ ਵੀ ਇਹਨਾਂ ਨੇ ਆਜ਼ਾਦ ਕੀਤੀ ਕੋਲੈਬੋਰੇਸ਼ਨ ਵਿਦ PAU ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਨਾਲ ਮਿਲ ਕੇ। ਔਰ ਇਹਦੇ ਵਿੱਚ ਜਿਹੜਾ ਪੰਜਾਬ ਆ ਇਹ 60 ਬੋਰੀਆਂ ਇਕੱਲਾ ਹੀ ਦੇਣ ਲੱਗ ਪਿਆ ਕੇਂਦਰ ਨੂੰ, ਸੈਂਟਰ ਨੂੰ। ਔਰ ਪੰਜਾਬ ਦੇ ਵਿੱਚ ਝੋਨਾ ਵੀ ਬਹੁਤ ਹੁੰਦਾ ਸੀਗਾ, ਝੋਨੇ ਦੇ ਵੀ ਇਹ ਬੜੇ ਪਤਾਮਾ ਰਹੇ। ਝੋਨੇ ਦੇ ਵਿੱਚ ਵੀ ਇਹਨਾਂ ਨੇ ਬੜੀਆਂ ਵਧੀਆ ਜਿਹੜੀਆਂ ਨਸਲਾਂ ਜਿਹੜੇ ਬੀਜ ਲਿਆਂਦੇ ਔਰ ਸੁਧਰੇ ਬੀਜ ਲਿਆਂਦੇ ਔਰ ਉਹਦੇ ਵਿੱਚ ਉਦੋਂ ਦੇ ਵਾਈਸ ਚਾਂਸਲਰ ਜਿਹੜੇ ਸੀ ਉਹਨਾਂ ਨੇ ਇਹਨਾਂ ਦਾ ਆਗਮਨ ਕੀਤਾ, ਆਉਂਦੇ ਵੀ ਰਹੇ ਆ, ਇਹਨਾਂ ਨੇ ਬਹੁਤ ਕੁਝ ਕੀਤਾ। ਇਹ 1925 ਜਨਮੇ ਸੀ ਤੇ 2023 ਦੇ ਵਿੱਚ ਇਹਨਾਂ ਦੀ ਡੈਥ ਹੋਈ ਆ, 95 ਸਾਲ ਪੂਰੇ ਕਰਕੇ ਔਰ ਉਮਰ ਪੂਰੀ ਭੋਗੀ ਆ। ਔਰ ਖੋਜ ਵਿਗਿਆਨੀ ਨੇ, ਖੇਤੀ ਵਿਗਿਆਨੀ ਨੇ ਔਰ ਪੰਜਾਬ ਦਾ ਹਰ ਕਿਸਾਨ ਇਹਨਾਂ ਦਾ ਸਤਿਕਾਰ ਕਰਦਾ ਸੀ, ਕਿਉਂਕਿ ਇਹਨਾਂ ਨੇ ਜਿਹੜਾ ਹੁਣ ਅੰਦੋਲਨ ਹੋਇਆ ਸੀ ਉਹਦੇ ਵਿੱਚ ਵੀ ਜਿਹੜਾ ਇਹਨਾਂ ਨੇ MSP ਸੀ ਉਹਦੇ ਬਾਰੇ ਇਹਨਾਂ ਨੇ ਕਿਹਾ ਕਿ ਕੰਟਰੋਲ 'ਚ ਹੋਣੀ ਚਾਹੀਦੀ ਆ। ਜੇ ਕਿਸਾਨ ਚੀਜ਼ ਬੀਜਦਾ ਵਾ ਉਹਨੂੰ ਭਾਅ ਜਿਹੜਾ ਵਧੀਆ ਦੇਣਾ ਚਾਹੀਦਾ ਤਾਂ ਕਿ ਉਹ ਹੋਰ ਵੀ ਅੱਗੇ ਉਤਸ਼ਾਹਤ ਹੋ ਕੇ ਹੋਰ ਵੀ ਵਧੀਆ ਪੈਦਾਵਾਰ ਦੇ ਸਕੇ।
ਉਹਨਾਂ ਨੇ ਜਿਹੜੀ ਸਮਰਥਨ ਮੁੱਲ ਸੀ, ਘੱਟੋ ਘੱਟ ਸਮਰਥਨ ਮੁੱਲ ਉਹਦਾ ਵੀ ਇਹਨਾਂ ਨੇ ਜਾ ਕੇ ਕੀਤਾ ਕਿ ਇਹ ਸਭ ਤੋਂ ਵੱਧ ਮਿਲਣਾ ਚਾਹੀਦਾ, ਨਾ ਕਿ ਪੰਜਾਬ ਦੇ ਕਿਸਾਨ ਨੂੰ, ਪੂਰੇ ਇੰਡੀਆ ਦਾ ਹਰ ਕਿਸਾਨ ਇਹਦਾ ਫਾਇਦਾ ਲਵੇਗਾ। ਔਰ ਇਹਨਾਂ ਦੀਆਂ ਲਿਖੀਆਂ ਕਿਤਾਬਾਂ ਜਿਹੜੀਆਂ ਨੇ ਖੇਤੀ ਦੇ ਉੱਪਰ, ਉਹ ਵੀ ਬੜੀਆਂ ਲੋਕ ਪੜ੍ਹਦੇ ਨੇ। ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਸਾਧਨ ਨੇ ਖੇਤੀ ਦੇ ਵਿੱਚ, ਮਿੱਟੀ ਪਰਖ ਦੇ ਵੀ ਹੈਗੇ ਆ ਕਿ ਮਿੱਟੀ ਨੂੰ ਕਿਸ ਤਰ੍ਹਾਂ ਟੈਸਟ ਕੀਤਾ ਦਾ, ਸਾਇਲ ਟੈਸਟਿੰਗ ਕਿਸ ਤਰ੍ਹਾਂ ਦੀ ਹੁੰਦੀ ਹੈ। ਪੈਕੇਜ ਐਂਡ ਪ੍ਰੈਕਟਿਸ ਇੱਕ ਮੈਗਜ਼ੀਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੋ ਮੈਗਜ਼ੀਨ ਨਿਕਲਦਾ, ਉਹਦੇ ਵਿੱਚ ਵੀ ਇਹਨਾਂ ਦੀਆਂ ਕਈ ਵੀ ਰਚਨਾਵਾਂ ਛਪਦੀਆਂ ਰਹੀਆਂ। ਔਰ ਇਹਨਾਂ ਨੇ ਬਹੁਤ ਕੁਝ ਪੰਜਾਬ ਨੂੰ ਦਿੱਤਾ। ਔਰ ਪੰਜਾਬ ਦਾ ਕਿਸਾਨ ਅੱਜ ਵੀ ਇਹਨਾਂ ਦੇ ਦੇਹਾਂਤ 'ਤੇ ਬੜਾ ਰੋਸ ਪ੍ਰਗਟਾ ਰਿਹਾ ਕਿ ਬੜਾ ਵੱਡਾ ਅਫਸੋਸ ਆ ਉਹਨਾਂ ਦੇ ਜਾਣ ਨਾਲ, ਕਿਉਂਕਿ ਪੰਜਾਬ ਦੀ ਖੇਤੀਬਾੜੀ ਨੂੰ ਪ੍ਰਫੁੱਲਤ ਕਰਨ ਲਈ ਇਹਨਾਂ ਨੇ ਬਹੁਤ ਕੁਝ ਦਿੱਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਵੀ ਸਾਇੰਸਦਾਨ ਨੇ ਜਾਂ ਖੇਤੀ ਵਿਗਿਆਨੀ ਨੇ, ਉਹਨਾਂ ਨਾਲ ਇਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਸੀ। ਔਰ ਅੱਜ ਤੱਕ ਜਿੰਨੇ ਅੰਦੋਲਨ ਹੋਏ ਆ, ਉਹਨਾਂ ਦਾ ਸਮਰਥਨ ਕਿਸਾਨਾਂ ਦਾ ਇਹਨਾਂ ਨੇ ਕੀਤਾ। ਇਹਨਾਂ ਨੂੰ ਪਤਾ ਜੇ ਕਿਸਾਨ ਪੈਦਾਵਾਰ ਘੱਟ ਕਰੂਗਾ, ਕਿਸਾਨ ਇੱਥੋਂ ਨਹੀਂ ਕੁਝ ਦੇਊਗਾ, ਤਾਂ ਫਿਰ ਅਸੀਂ ਰਸ਼ੀਆ ਤੋਂ, ਅਮਰੀਕਾ ਤੋਂ ਅੱਗੇ ਕਣਕ ਮੰਗਵਾਉਂਦੇ ਰਹੇ। ਔਰ ਉਹ ਕਣਕ ਜਿਹੜੀ ਹੈਗੀ ਅਸੀਂ ਉਹ ਲਿਆ ਕੇ ਖਾਂਦੇ ਸੀਗੇ। ਪਾਕਿਸਤਾਨ ਅਜੇ ਤੱਕ ਮੰਗਵਾਉਂਦਾ। ਔਰ ਅਸੀਂ ਸਮਰੱਥ ਹੋ ਗਏ ਕਣਕ ਬੀਜਣ ਦੇ, ਇੱਕ ਅਨਾਜ ਜੋਗੇ। ਔਰ ਹਰ ਤਰ੍ਹਾਂ ਦਾ ਸਾਡੇ ਕੋਲ ਸਮਾਨ ਆ ਗਿਆ। ਔਰ ਅਨਾਜ ਦੀ ਜਿਹੜੀਆਂ ਢੇਰੀਆਂ ਲੱਗੀਆਂ ਆਲੇ ਦੁਆਲੇ, ਇਹਨਾਂ ਦੀ ਬਦੌਲਤ, ਇਹਨਾਂ ਦੀ ਸੋਚ ਕਰਕੇ, ਔਰ ਇਹਨਾਂ ਨੇ ਪੰਜਾਬ ਨੂੰ ਆਤਮ ਨਿਰਭਰ ਕਰ ਦਿੱਤਾ ਇਸੇ ਅਨਾਜ ਦੀ ਪੈਦਾਵਾਰ ਲਈ। ਔਰ ਕਿਸੇ ਪਾਸੇ ਵੀ ਕੋਈ ਘਾਟ ਨਹੀਂ ਰਹੀ। ਨਹੀਂ ਤਾਂ ਇਹਦੇ ਬਾਰੇ ਸਾਰੇ ਜਿੰਨੇ ਆਉਂਦੇ ਸੀ ਲੋਕਾਂ ਦੇ, ਗਰੀਬਾਂ ਦੇ, ਸਾਨੂੰ ਰੋਟੀ ਚਾਹੀਦੀ ਹੈ, ਸਾਨੂੰ ਰੋਜ਼ੀ ਨਹੀਂ ਚਾਹੀਦੀ, ਰੋਟੀ ਦਿਓ, ਅਸੀਂ ਕੰਮ ਤਦ ਕਰਾਂਗੇ। ਉਹ ਪੇਟ ਨਾਲ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ ਇਹਨਾਂ ਨੇ ਪੂਰੀਆਂ ਕੀਤੀਆਂ ਵੀ ਆਹ ਲਓ ਸਾਰਾ ਕੁਝ ਹੈਗਾ, ਤੁਹਾਡੀ ਧਰਤੀ ਇੰਨੀ ਜ਼ਰਖੇਜ਼ ਹੈ, ਇੰਨੀ ਉਪਜਾਊ ਆ, ਇੱਥੇ ਸਾਰਾ ਕੁਝ ਹੋ ਸਕਦਾ। ਉਹ ਕਹਿੰਦੇ ਅਫਗਾਨਿਸਤਾਨ ਤੋਂ ਜਿੰਨਾ ਤੁਹਾਡੇ ਕੋਲ ਮੇਵੇ ਮਨੱਕੇ ਤੇ ਸੇਬ ਆਉਂਦੇ ਆ, ਉਹ ਸਾਰੇ ਪੰਜਾਬ 'ਚ ਹੋ ਸਕਦੇ ਆ, ਸਾਰੀਆਂ ਧਰਤੀਆਂ 'ਤੇ ਹੋ ਸਕਦੇ ਆ, ਜਿੱਥੇ ਮਰਜ਼ੀ ਯੂਪੀ ਬਿਹਾਰ 'ਚ ਬੀਜੋ ਉੱਥੇ ਵੀ ਹੋ ਸਕਦਾ। ਇਸ ਤਰ੍ਹਾਂ ਦੀਆਂ ਗੱਲਾਂ ਇਹਨਾਂ ਦੀਆਂ ਖੋਜ ਵਿਗਿਆਨੀ ਨੇ ਬਹੁਤ ਬੋਲਡ ਸੀਗੇ ਔਰ ਬਹੁਤ ਖੁੱਲ੍ਹ ਕੇ ਗੱਲ ਕਰਦੇ ਸੀ। ਜੀ ਜੀ ਜੀ। ਔਰ ਤੁਸੀਂ ਗੱਲ ਕੀਤੀ ਕਿ ਕਿਸਾਨਾਂ ਦੇ ਅੰਦੋਲਨ ਨੂੰ ਸਪੋਰਟ ਕਰਦੇ ਸੀ। ਹੁਣ ਆਪਾਂ ਜਾਂਦੇ ਇਸ ਗੱਲ ਨੂੰ ਵੀ ਲੈ ਲਈਏ ਕਿ ਪੰਜਾਬ ਦੇ ਕਿਸਾਨਾਂ ਵੱਲੋਂ 3 ਦਿਨ ਦਾ ਰੇਲ ਰੋਕੋ ਅੰਦੋਲਨ ਚੱਲਦਾ ਪਿਆ। ਇਹ ਉਦੋਂ ਦੇ ਜਦੋਂ ਦੇ ਕਿਸਾਨੀ ਖੇਤੀ ਕਾਨੂੰਨ ਆਏ ਨੇ, ਉਦੋਂ ਦੇ ਅੰਦੋਲਨ ਵਿੱਚ ਹੀ ਨੇ ਸਾਰੇ ਕਿਸਾਨ ਪੂਰੇ ਭਾਰਤ ਦੇ, ਕਦੀ ਕਿਤੇ ਤੇ ਕਦੀ ਕਿਤੇ ਧਰਨੇ ਲਾ ਕੇ ਬੈਠੇ ਰਹਿੰਦੇ ਨੇ। ਕਿਸਾਨਾਂ ਦਾ ਇਹ 3 ਦਿਨਾਂ ਦਾ ਹੈਗਾ ਸੀ ਅੰਦੋਲਨ। ਇਹਦੇ ਵਿੱਚ ਇਹਨਾਂ ਨੇ ਪੂਰੇ ਪੰਜਾਬ ਵਿੱਚ ਰੇਲਾਂ ਰੋਕੀਆਂ। ਕੱਲ੍ਹ ਦਾ ਸ਼ੁਰੂ ਹੋਇਆ ਔਰ 2 ਦਿਨ ਅਜੇ ਹੋਰ ਰਹਿਣਾ। ਪਰ ਇਹਦੇ ਵਿੱਚ ਜਿੰਨੇ ਯਾਤਰੂ ਨੇ, ਵਿਜ਼ਟਰ ਨੇ, ਬੱਚੇ ਨੇ, ਬੁੜੇ ਨੇ, ਉਹ ਵਿਚਾਰੇ ਸਾਰੇ ਨੁਕਸਾਨ ਪਹੁੰਚਾ ਰਹੇ ਆ। ਔਰ ਉਹ ਇਸ ਗੱਲ ਤੋਂ ਬੜੇ ਮਾਯੂਸ ਨੇ ਜਿਨ੍ਹਾਂ ਨੇ ਜਾਣਾ, ਟਿਕਟਾਂ ਬੁੱਕ ਕਰਾਈਆਂ, ਕੈਂਸਲ ਕਰਾਉਣੀਆਂ ਪਈਆਂ। ਔਰ ਇਹਨਾਂ ਨੂੰ ਇਹ ਨਹੀਂ ਚਾਹੀਦਾ ਕਿ ਜਿਹੜੇ ਆਵਾਜਾਈ ਦੇ ਸਾਧਨਾਂ 'ਤੇ ਰੋਕ ਨਹੀਂ ਲਾਉਣੀ ਚਾਹੀਦੀ। ਜੇ ਜਾਣਾ ਤਾਂ ਮੰਗਣਾ, ਆਪਣੀਆਂ ਮੰਗਾਂ ਸਿੱਧੀਆਂ ਮੰਗਣ, ਪੰਜਾਬ ਗੌਰਮੈਂਟ ਦੇ ਦਫ਼ਤਰ 'ਚ ਜਾਣ, ਮਾਨ ਸਾਹਿਬ ਨੂੰ ਮਿਲਣ, ਉਹਨਾਂ ਨਾਲ ਅਪਾਇੰਟਮੈਂਟ ਲੈਣ। ਉਹਨਾਂ ਨੇ ਕਹਿਤਾ ਇਹ 'ਚ ਵੀ ਸਮਰਥਨ ਮੁੱਲ ਦੀ ਵੀ ਘਾਟ ਹੈ ਸਾਡੇ ਕੋਲ। ਔਰ ਇਹਦੇ ਵਿੱਚ ਜਿਹੜੀ ਵੀ ਅਸੀਂ ਖੇਤੀਬਾੜੀ ਕਰਦੇ ਹਾਂ, ਸਾਨੂੰ ਉਹਦੇ ਵਿੱਚ ਜਿਹੜੀ ਵੀ ਮੰਡੀਕਰਨ ਹੁੰਦਾ, ਉਹਦੇ ਵਿੱਚ ਸਾਨੂੰ ਪੂਰੇ ਦਾ ਪੂਰਾ ਮੁਆਵਜ਼ਾ ਜਾਂ ਉਹ ਨਹੀਂ ਦਿੱਤਾ। ਜਿਹੜਾ ਹੁਣ ਮੁਆਵਜ਼ਾ ਮਿਲਣਾ ਸੀ ਜਾਂਦੇ, ਉਹ ਸਾਨੂੰ ਥੋੜ੍ਹਾ ਮਿਲਿਆ। ਐਕਚੁਅਲੀ ਬਲਕਾਰ ਜੀ, ਕਿਸਾਨ ਦੇ ਖੇਤ ਤੋਂ ਲੈ ਕੇ ਮਾਰਕੀਟ ਤੱਕ ਪੂਰੀ ਪੈਕੇਜ ਹੋਣਾ, ਪੂਰਾ ਚੀਜ਼ ਮਾਰਕੀਟਿੰਗ ਹੋਣਾ, ਪ੍ਰਾਈਸ ਫਿਕਸਿੰਗ ਹੋਣਾ, ਸਭ ਕੁਝ ਚਾਹੀਦਾ ਉਹਦੇ ਵਿੱਚ। ਔਰ ਜਿਹੜਾ ਮੁਆਵਜ਼ਾ ਹੜਾ ਕਰਕੇ ਅਜੇ ਨਹੀਂ ਮਿਲ ਪਾ ਰਿਹਾ, ਉਹ ਵੀ ਇਹਦੇ 'ਚ ਮੁੱਦਾ ਸ਼ਾਮਲ ਹੈ। ਉਹਦੇ ਵਿੱਚ ਉਹਨਾਂ ਨੇ ਦਿੱਤਾ 6800 ਰੁਪਏ ਦਿੱਤਾ ਕਿ ਇਹਨਾਂ ਨੇ, ਕੇਂਦਰ ਨੇ ਇਸ ਕਰਕੇ ਦਿੱਤਾ ਤੇ ਵੀ ਜਿਹੜੀ ਗਰੋਥ ਸੀਗੀ, ਫਸਲ ਸੀ, ਅਜੇ ਪੱਕਣ 'ਤੇ ਨਹੀਂ ਸੀ ਆਈ। ਉਦੋਂ ਪਹਿਲਾਂ ਜਦੋਂ ਆਂਦੇ ਕਣਕ ਨੂੰ ਸਿੱਟੇ ਨਿਕਲੇ ਜਾਂ ਮੁੰਜਰਾ ਨਿਕਲਦੀਆਂ ਝੋਨੇ ਨੂੰ, ਉਦੋਂ ਪੈਸੇ ਦੇਵਾਂਗੇ। ਜਦੋਂ ਗਰੋਥ 'ਚ ਹੈਗਾ ਉਹਦੇ 'ਚ ਅਸੀਂ ਉਹਨਾਂ ਨਹੀਂ ਦੇਵਾਂਗੇ। ਪਰ ਇਹਨਾਂ ਨੂੰ ਇਹ ਪੁੱਛੇ ਕਿਹੜੇ ਵਿਗਿਆਨੀ ਨੇ ਦੱਸ ਦਿੱਤਾ ਤੁਹਾਨੂੰ? ਖਰਚਾ ਤਾਂ ਉਹਨਾਂ ਦਾ ਉਨਾ ਹੀ ਹੈ। ਜੇ ਕੋਈ ਕੁਦਰਤੀ ਆਫਤ ਆ ਕੇ ਤਬਾਹ ਕਰ ਜਾਂਦੀ ਹੈ ਤਾਂ ਫਸਲ ਤਾਂ ਉਹਨਾਂ ਦੀ ਖਤਮ ਹੋ ਗਈ, ਉਹਨਾਂ ਦਾ ਆਉਣ ਵਾਲਾ ਫਿਊਚਰ ਤਾਂ ਤਬਾਹ ਹੋ ਗਿਆ। ਗੱਲ ਤਾਂ ਇਹੀ ਹੈ ਨਾ ਬਲਕਾਰ ਜੀ ਕਿ ਕਾਰਪੋਰੇਟਸ ਦੇ ਕਰੋੜਾਂ ਦੇ ਕਰਜ਼ੇ ਮੁਆਫ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੇ ਪੋਲੀਟੀਕਲ ਪਾਰਟੀਆਂ ਨੂੰ ਪਾਰਟੀ ਫੰਡ ਦੇਣਾ ਹੁੰਦਾ। ਜੀ ਹਾਂ। ਪਰ ਕਿਸਾਨਾਂ ਦੇ ਕਰਜ਼ੇ ਮੁਆਫ ਨਹੀਂ ਹੁੰਦੇ, ਕਿਸਾਨਾਂ ਨੂੰ ਸਹੂਲੀਅਤ ਨਹੀਂ ਮਿਲਦੀ ਕਿਉਂਕਿ ਕਿਸਾਨਾਂ ਨੇ ਕੋਈ ਪੋਲੀਟੀਕਲ ਪਾਰਟੀ ਨੂੰ ਫੰਡ ਨਹੀਂ ਦੇਣਾ। ਇਹ ਗੱਲ ਸਾਰੀ ਫੰਡ ਦੀ ਹੈ। ਔਰ ਕਈ ਵਾਰ ਐਕਸਪਰਟਸ ਨਾ ਵਿਚਾਰੇ ਬੜੇ ਮਾਯੂਸ ਹੋ ਕੇ ਪਤਾ ਕੀ ਕਹਿੰਦੇ ਨੇ, ਕਹਿੰਦੇ ਇਹਨਾਂ ਦਾ ਇੱਕੋ ਹੀ ਅਸੂਲ ਬਣਿਆ ਹੋਇਆ ਹੈ, ਤੁਮ ਹमें ਚੰਦਾ ਦਿਓ, ਹਮ ਤੁਮੇ ਧੰਦਾ ਦੇਂਗੇ। ਧੰਦਾ ਦੇ ਬਾਅਦ ਆ ਬਣਿਆ ਹੋਇਆ ਹੈ ਕਿਉਂਕਿ ਵੱਡੇ ਵੱਡੇ ਬਿਜ਼ਨਸ ਹਾਊਸਿਸ ਦਾ ਔਰ ਵੱਡੀਆਂ ਪੋਲੀਟੀਕਲ ਪਾਰਟੀਆਂ ਦਾ ਆਪਸ ਦੇ ਵਿੱਚ ਗੱਠਜੋੜ ਹੈ। ਇੱਕ ਦੂਜੇ ਨੂੰ ਸਪੋਰਟ ਕਰਦੇ ਨੇ, ਉਹ ਇਲੈਕਸ਼ਨਸ ਨੂੰ ਫੰਡ ਕਰਦੇ ਨੇ, ਇਹ ਉਹਨਾਂ ਦੇ ਬਿਜ਼ਨਸ ਨੂੰ ਫੰਡ ਕਰਦੇ ਨੇ। ਇਹੀ ਚੀਜ਼ ਚੱਲਦੀ ਪਈ ਹੈ ਔਰ ਆਮ ਪਬਲਿਕ ਮੂੰਹ ਚੁੱਕ ਕੇ ਦੇਖਦੀ ਪਈ ਹੈ। ਔਰ ਕਿਸਾਨ ਜਿਹੜੇ ਨੇ, ਜੋ ਅੰਨਦਾਤਾ ਹੈ, ਜੋ ਪੂਰਾ ਸਟਰੋਂਗ ਹੋਣਾ ਚਾਹੀਦਾ ਕਿਉਂਕਿ ਉਹਦੇ ਬੇਸ ਦੇ ਉੱਤੇ ਸਾਰਾ ਜੀਵਨ ਖੜਾ ਹੈ, ਉਹਦਾ ਬੁਰਾ ਹਾਲ ਹੈ। ਕਿਸਾਨ ਕਰਜ਼ਿਆਂ 'ਚ ਦੱਬੇ ਪਏ ਨੇ, ਕਿਸਾਨਾਂ ਨੂੰ ਕੋਈ ਸਹੂਲੀਅਤ ਨਹੀਂ ਔਰ ਨਿੱਤ ਧਰਨੇ ਕਰਕੇ ਸੜਕਾਂ ਤੇ ਬਹਿਣਾ ਪੈਂਦਾ ਪਿਆ। ਇਹ ਸਾਰੇ ਜਿਹੜੇ ਬੈਠੇ ਨੇ ਨਾ ਪੋਲੀਟੀਕਲ ਪੰਡਿਤਸ, ਸੋਸ਼ਲ ਪੰਡਿਤਸ, ਇਕਨੋਮਿਕਸ ਦੇ ਪੰਡਿਤਸ, ਜਿਹੜੇ ਸਾਰੇ ਮਤਲਬ ਇਹ ਜਮਾਤ ਹੈਗੀ ਇੰਟੈਲੀਜੈਂਸ ਲੋਕਾਂ ਦੀ, ਇਹ ਲੋਕ ਇਹ ਰਾਏ ਰੱਖਦੇ ਨੇ, ਉਹਨਾਂ ਦਾ ਨਿਚੋੜ ਇਹ ਨਿਕਲਦਾ। ਵੈਸੇ 18 ਜਥੇਬੰਦੀਆਂ ਆ ਗਈਆਂ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਰੇਲ ਰੋਕੂ ਅੰਦੋਲਨ ਸ਼ੁਰੂ ਕੀਤਾ। ਹੁਣ ਵਿਚਾਰੇ
ਬੇਬਸ ਹੋ ਕੇ ਇਸ ਗੱਲ ਵੱਲ ਆਉਂਦੇ ਜਦੋਂ ਸਰਕਾਰ ਨਹੀਂ ਪੁੱਛਦੀ। ਇਹਨਾਂ ਦਾ ਗੰਨੇ ਦਾ ਕੁਝ ਬਕਾਇਆ ਉਹ ਵੀ ਪਿਆ ਹੈਗਾ, ਔਰ ਉਹਦੇ ਵਿੱਚ ਆਉਣ ਵਾਲੀਆਂ ਫਸਲਾਂ ਜਿਹੜੀਆਂ ਹੈਗੀਆਂ ਇਸ ਵੇਲੇ ਝੋਨਾ ਜਿਹੜਾ ਆ ਰਿਹਾ ਵਾ, ਜਿਹੜੀ ਸਾਉਣੀ ਦੀ ਫਸਲ ਕਹਿੰਦੇ ਆ, ਉਹਦਾ ਵੀ ਵਾਜਬ ਮੁੱਲ ਨਹੀਂ ਮਿਲਿਆ। ਜਿਹੜਾ ਜਿਹਦੇ 'ਚ ਘੱਟੋ ਘੱਟ ਸਮਰਥਨ ਮੁੱਲ ਹੁੰਦਾ ਉਹਦੇ ਵਿੱਚ ਵੀ ਉਹ ਮੁੱਲ ਨਹੀਂ ਮਿਲਿਆ। ਉਹ ਕਹਿੰਦੇ ਸਾਨੂੰ ਇੱਥੋਂ ਤੱਕ ਮੁੱਲ ਮਿਲਣਾ ਚਾਹੀਦਾ, ਕਿਉਂਕਿ ਅਸੀਂ 2 ਵਾਰੀ ਝੋਨਾ ਬੀਜਿਆ, 2 ਵਾਰੀ ਪੱਕਿਆ ਵਾ। ਪਹਿਲਾ ਝੋਨਾ ਤਾਂ ਰੁੜ ਗਿਆ, ਮੀਂਹ ਨਾਲ ਰੁੜ ਗਿਆ। ਘੱਟੋ ਘੱਟ ਉਹਦਾ ਮੁਆਵਜ਼ਾ ਹੀ ਪੂਰਾ ਕਰ ਦਿਓ। ਜੇ ਪੂਰਾ ਰੇਟ ਨਹੀਂ ਦੇਣਾ, ਕੇਂਦਰ ਸਰਕਾਰ ਜਿਹੜੀ ਆ ਉੱਥੋਂ ਦੇ ਖੇਤੀ ਜਿਹੜੇ ਮੰਤਰੀ ਨੇ ਉਹੀ ਇਹਨੂੰ ਜਿਹੜਾ ਫਿਕਸ ਕਰਦੇ ਆ ਸਮਰਥਨ ਮੁੱਲ। ਔਰ ਪੰਜਾਬ ਗੌਰਮੈਂਟ ਨੂੰ ਚਾਹੀਦਾ ਕਿ ਜੇ ਉਹਨਾਂ ਨੇ ਘੱਟ ਦਿੱਤਾ ਕੁਛ ਨਾ ਕੁਛ ਇਹ ਵਾਧੂ ਕਰ ਦੇਣ। ਔਰ ਉਹ ਪੰਜਾਬ ਗੌਰਮੈਂਟ ਕਹਿੰਦੀ ਹੈ ਕਿ ਜਿਹੜਾ ਝੋਨਾ ਜਾਂ ਕਣਕ ਹੁੰਦੀ ਹੈ ਮੁੜ ਕੇ ਸੈਂਟਰ ਪੂਲ 'ਚ ਜਾਂਦਾ ਹੈਗਾ, ਇਹ ਪੂਰਾ ਦੇਸ਼ ਖਾਂਦਾ ਹੈਗਾ। ਅਸੀਂ ਪੈਸਾ ਦੇਵਾਂਗੇ, ਸਾਡੇ ਕੋਲ ਤਾਂ ਅੱਗੇ ਕਰਜ਼ਾ ਬਹੁਤ ਜ਼ਿਆਦਾ ਦੇਣਾ, ਅਸੀਂ 50,000 ਕਰੋੜ ਰੁਪਈਆ ਅਸੀਂ ਦੇ ਰਹੇ ਹਾਂ। ਔਰ ਉਹਦੇ ਵਿੱਚ ਕਿਸਾਨ ਵੀ ਉਹਦੇ ਵਿੱਚ ਇਨਵੋਲਵ ਆ, ਕਿਸਾਨਾਂ ਦੇ ਵੀ ਸਿਰ 'ਤੇ ਇਹੀ ਕਰਜ਼ਾ ਕਰਨਾ ਹੈਗਾ। ਔਰ ਇਸ ਕਰਕੇ ਇਹਨਾਂ ਨੇ ਕਹਿਤਾ 18 ਜਥੇਬੰਦੀਆਂ ਨੇ ਕਿ ਅਸੀਂ 3 ਦਿਨਾਂ ਦੇ ਵਿੱਚ ਜੇ ਸਾਡੀ ਨਾ ਮੰਨੇ, ਸਾਡੇ ਅੰਦੋਲਨ ਦਾ ਦਾਇਰਾ ਹੋਰ ਵਿਸ਼ਾਲ ਹੋ ਜਾਊਗਾ। ਹੋ ਸਕਦਾ ਅਸੀਂ ਕੇਂਦਰ ਤੱਕ ਪਹੁੰਚ ਜਾਈਏ। ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੇ ਇਸ ਵੇਲੇ ਐਲਾਨ ਕਰ ਦਿੱਤਾ ਕਿ ਜੇ ਜਿੱਥੇ ਪੰਜਾਬ ਦੇ ਸਾਰੇ ਸੂਬਿਆਂ 'ਚ ਜਾਂ ਜ਼ਿਲ੍ਹਿਆਂ 'ਚ ਬੈਠੇ ਆ, ਹੋ ਸਕਦਾ ਕੱਲ੍ਹ ਨੂੰ ਵੱਡੇ ਅੰਦੋਲਨ ਦੀ ਤਰ੍ਹਾਂ ਦਿੱਲੀ ਤੱਕ ਨਾ ਪਹੁੰਚ ਜਾਣ ਅਤੇ ਪੂਰੇ ਦਾ ਪੂਰਾ ਸਾਰਾ ਦੇਸ਼ ਇਸ ਅੰਦੋਲਨ ਵਿੱਚ ਗ੍ਰਸਤ ਹੋ ਜਾਊਗਾ। ਫਿਰ ਲੋਕਾਂ ਨੂੰ ਜਵਾਬ ਦੇਣਾ, ਇਹਨਾਂ ਕਿਸਾਨਾਂ ਨੂੰ ਜਵਾਬ ਦੇਣਾ ਸਰਕਾਰ ਲਈ ਔਖਾ ਹੋ ਜਾਊਗਾ। ਬਿਲਕੁਲ। ਔਰ ਇਹ ਪੂਰਾ ਅੰਦੋਲਨ ਪੂਰੀ ਦੁਨੀਆ 'ਚ ਫੈਲਿਆ ਸੀ ਕਿਸੇ ਵੇਲੇ, ਔਰ ਪੂਰੀ ਦੁਨੀਆ ਦੇ ਇੱਕ ਕਿਸਾਨ ਇਕੱਠੇ ਹੋ ਗਏ ਸੀ। ਪੂਰੀ ਦੁਨੀਆ ਦੇ ਵਿੱਚ ਪੰਜਾਬ ਦੀ ਧਰਤੀ ਤੋਂ ਜਿਹੜਾ ਅੰਦੋਲਨ ਚੱਲਿਆ ਸੀ ਕਿਸਾਨਾਂ ਦਾ, ਪੂਰੀ ਦੁਨੀਆ ਦੇ ਵਿੱਚ ਉਹਦੀ ਚਰਚਾ ਸੀ, ਪੂਰੀ ਦੁਨੀਆ ਦੀ ਪਾਰਲੀਮੈਂਟਸ ਦੇ ਵਿੱਚ ਉਹਦੀ ਚਰਚਾ ਸੀ। ਜੀ। ਸੋ ਅਸੀਂ ਆਪਣੇ ਚੈਨਲ ਤੋਂ ਇਹੀ ਅਰਦਾਸ ਕਰਦੇ ਹਾਂ ਕਿ ਸਰਬੱਤ ਦਾ ਭਲਾ ਹੋਵੇ। ਤੁਸੀਂ ਵੀ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮਿਲ USA TV ਸਬਸਕ੍ਰਾਈਬ ਕਰੋ। ਬਲਕਾਰ ਜੀ ਚੱਲਦੇ ਹਾਂ। ਜ਼ਰੂਰ ਜੀ। ਸਤਿ ਸ੍ਰੀ ਅਕਾਲ।